ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਸ਼ੋਅ 1 ਆਵਰ ਦੇ ਵਿੱਚ। ਮੇਰੇ ਵੱਲੋਂ ਯਾਨੀ ਕਿ ਪਰਮਿੰਦਰ ਸਿੰਘ ਵੱਲੋਂ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਮੌਜੂਦ ਨੇ ਪੰਥ ਦੇ ਮਹਾਨ ਢਾਡੀ ਗਿਆਨੀ ਕੁਲਜੀਤ ਸਿੰਘ ਜੀ ਦਿਲਬਰ, ਜੋ ਕਿ ਸਾਡੇ ਪੰਥ ਦੇ ਮਹਾਨ ਢਾਡੀ ਦਇਆ ਸਿੰਘ ਦਿਲਬਰ ਜੀ ਦੇ ਸਪੁੱਤਰ ਨੇ। ਗਿਆਨੀ ਜੀ ਪਹਿਲਾਂ ਵੀ ਸਾਡੇ ਕੋਲ ਸਾਡੇ ਸਟੂਡੀਓ ਦੇ ਵਿੱਚ ਆ ਚੁੱਕੇ ਨੇ ਔਰ ਪੰਥਕ ਇਤਿਹਾਸ ਦੇ ਬਾਰੇ ਗੱਲਾਂ ਬਾਤਾਂ ਇਹਨਾਂ ਨਾਲ ਅਸੀਂ ਸਾਂਝੀਆਂ ਕੀਤੀਆਂ ਸੀ, ਪੂਰੇ ਇਤਿਹਾਸ ਬਾਰੇ ਚਰਚਾ ਕੀਤੀ ਸੀ। ਸੋ ਅੱਜ ਵੀ ਇਹਨਾਂ ਦਾ ਜੋ ਮਕਸਦ ਸਾਡੇ ਇੱਥੇ ਸਟੂਡੀਓ ਦੇ ਵਿੱਚ ਆਉਣ ਦਾ ਹੈ ਕਿ ਗੁਰ ਇਤਿਹਾਸ ਬਾਰੇ ਚਰਚਾ ਕਰਨਾ। ਸੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਗੁਰੂ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਹੈ। ਉਸ ਦੇ ਨਾਲ ਨਾਲ ਸਾਡੇ 7ਵੇਂ ਗੁਰੂ ਸ੍ਰੀ ਗੁਰੂ ਹਰਿਰਾਏ ਜੀ ਦਾ ਜੋਤੀ ਜੋਤ ਦਿਵਸ ਹੈ। ਸੋ ਅੱਜ ਦਾ ਜਿਹੜਾ ਗੱਲਬਾਤ ਦਾ ਸਾਡਾ ਮੁੱਦਾ ਰਹੇਗਾ ਉਹ ਗੁਰ ਇਤਿਹਾਸ ਰਹੇਗਾ ਔਰ ਅਸੀਂ ਦੋਨੋਂ ਹੀ ਗੁਰੂ ਸਾਹਿਬਾਂ ਦੇ ਬਾਰੇ ਗੱਲਬਾਤ ਕਰਾਂਗੇ, ਉਹਨਾਂ ਦੇ ਜੀਵਨ ਦੇ ਉੱਤੇ ਇੱਕ ਝਾਤ ਪਾਵਾਂਗੇ। ਪਰ ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਗਿਆਨੀ ਕੁਲਜੀਤ ਸਿੰਘ ਜੀ ਦਿਲਬਰ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਬਹੁਤ-ਬਹੁਤ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ ਔਰ ਇੱਕ ਸਾਡੇ ਚੈਨਲ ਦੇ ਉੱਤੇ ਮੈਂ ਤੁਹਾਡਾ ਦੁਬਾਰਾ ਫਿਰ ਸਵਾਗਤ ਕਰਦਾ ਜੀ। ਧੰਨਵਾਦ ਜੀ। ਜਿਵੇਂ ਕਿ ਸਾਰੇ ਜਾਣਦੇ ਆ ਕਿ ਤੁਸੀਂ ਦਇਆ ਸਿੰਘ ਦਿਲਬਰ ਜੀ ਦੇ ਸਪੁੱਤਰ ਹੋ ਔਰ ਮੈਂ ਫਿਰ ਵੀ ਇੱਕ ਵਾਰੀ ਚਾਹਾਂਗਾ ਕਿ ਤੁਸੀਂ ਆਪਣੀ ਜਿਹੜੀ ਇੰਟਰੋਡਕਸ਼ਨ ਆ ਉਹ ਸੰਗਤਾਂ ਨੂੰ ਇੱਕ ਵਾਰੀ ਦੁਬਾਰਾ ਦਿਓ। ਮੈਂ ਜਦੋਂ ਵੀ ਆਪਣੀ ਜਾਣਕਾਰੀ ਸੰਗਤਾਂ ਨੂੰ ਦਿੰਦਾ ਤਾਂ ਮੈਂ ਹਮੇਸ਼ਾ ਇੱਕ ਸ਼ੇਅਰ ਦੇ ਵਿੱਚ ਦਿੰਦਾ ਜੀ। ਮੇਰਾ ਨਾਂ ਦਿਲਬਰ, ਮੇਰੀ ਅਲ ਦਿਲਬਰ, ਮੈਨੂੰ ਆਖਦੇ ਨੇ ਮੇਰੇ ਮੀਤ ਦਿਲਬਰ। ਗਿਆਨੀ ਦਇਆ ਸਿੰਘ ਦਿਲਬਰ ਹੈ ਬਾਪ ਮੇਰਾ, ਮੇਰਾ ਵੱਡਾ ਭਰਾ ਦਲਜੀਤ ਦਿਲਬਰ। ਮੇਰੇ ਪਿਤਾ ਨੇ ਕਿਤਾਬਾਂ ਲਿਖ ਕੇ ਕਰ ਦਿੱਤਾ ਤਖੱਲਸ ਸੁਰਜੀਤ ਦਿਲਬਰ। ਕਵਿਤਾ ਪੜ੍ਹਨ ਅਤੇ ਲਿਖਣ ਦਾ ਸ਼ੌਕ ਮੈਨੂੰ, ਅਸਲ ਨਾਂ ਹੈ ਮੇਰਾ ਕੁਲਜੀਤ ਸਿੰਘ ਦਿਲਬਰ। ਔਰ ਮੇਰੇ ਪਰਮ ਪੂਜਿਆ ਪਿਤਾ ਮਰਹੂਮ ਢਾਡੀ ਗਿਆਨੀ ਦਇਆ ਸਿੰਘ ਦਿਲਬਰ ਜੀ ਦੀ ਇਹ ਖਾਸ ਸੀ ਕਿ ਮੈਂ ਢਾਡੀ ਬਣਾ। ਸੋ ਉਹਨਾਂ ਦੀ ਖਾਸ ਮੁਤਾਬਕ ਅੱਜ ਮੈਂ ਨਿਮਾਣਾ ਜਿਹਾ ਢਾਡੀ ਬਣ ਕੇ ਸੰਗਤਾਂ ਵਿੱਚ ਵਿਚਰ ਰਿਹਾ। ਮੈਂ ਆਪ ਜੀ ਦਾ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਕਿ ਆਪ ਜੀ ਨੇ ਸਟੂਡੀਓ ਵਿੱਚ ਸੱਦ ਕੇ ਇੱਕ ਨਿਮਾਣੇ ਜਿਹੇ ਢਾਡੀ ਜਥੇ ਨੂੰ ਮਾਣ ਬਖਸ਼ਿਸ਼ ਕੀਤਾ ਹੈ, ਵਡਿਆਈ ਬਖਸ਼ਿਸ਼ ਕੀਤੀ ਹੈ। ਸੋ ਮੈਂ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ। ਖਾਲਸਾ ਜੀ, ਇਹ ਤਾਂ ਤੁਹਾਡਾ ਹੀ ਨਿਮਰਤਾ ਹੈ। ਪਰ ਜੇ ਅਸੀਂ ਗੱਲ ਕਰੀਏ ਕਿ ਗੁਰ ਇਤਿਹਾਸ ਨੂੰ ਸੁਣਾਉਣ ਦੇ ਲਈ ਔਰ ਸਾਡੇ ਪੰਥ ਨੂੰ ਤੁਹਾਡੇ ਵਰਗੇ ਪ੍ਰਚਾਰਕਾਂ ਦੀ ਬਹੁਤ ਜ਼ਿਆਦਾ ਲੋੜ ਹੈ, ਖਾਸ ਕਰਕੇ ਇਸ ਸਮੇਂ ਦੇ ਵਿੱਚ। ਅਤੇ ਅਸੀਂ ਜੋ ਅੱਜ ਦਾ ਆਪਣਾ ਮੁੱਦਾ ਚੁਣਿਆ ਹੈ ਅੱਜ ਦੇ ਗੱਲਬਾਤ ਦਾ, ਉਹ ਹੈ ਗੁਰ ਇਤਿਹਾਸ ਦੇ ਵਿੱਚ ਸਾਡੇ ਗੁਰੂ ਸਾਹਿਬ ਸ਼੍ਰੀ ਗੁਰੂ ਹਰਿਰਾਏ ਜੀ, ਉਹਨਾਂ ਦੇ ਜੀਵਨ ਬਾਰੇ ਅਸੀਂ ਗੱਲਬਾਤ ਕਰਾਂਗੇ। ਉਸ ਦੇ ਨਾਲ ਨਾਲ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਬਾਰੇ ਗੱਲਬਾਤ ਕਰਾਂਗੇ। ਅਸੀਂ ਸ਼ੁਰੂਆਤ ਕਰਦੇ ਹਾਂ ਸ਼੍ਰੀ ਗੁਰੂ ਹਰਿਰਾਏ ਜੀ ਤੋਂ। ਸੋ ਸਾਨੂੰ ਸ਼੍ਰੀ ਗੁਰੂ ਹਰਿਰਾਏ ਜੀ ਦੇ ਜੀਵਨ ਬਾਰੇ ਜਿਹੜੀ ਹੈ ਜਾਣਕਾਰੀ ਦਿਓ। ਸਾਡਾ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਮੀਰੀ ਪੀਰੀ ਦੇ ਮਾਲਕ, ਦੇਗ ਤੇਗ ਦੇ ਧਨੀ, ਢਾਡੀਆਂ ਦੇ ਪ੍ਰਤਪਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ 5 ਸਾਹਿਬਜ਼ਾਦੇ ਸਨ। ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ, ਬਾਬਾ ਗੁਰਦਿੱਤਾ ਜੀ, ਬਾਬਾ ਅਟੱਲ ਜੀ ਔਰ ਸ਼੍ਰੀ ਤੇਗ ਬਹਾਦਰ ਜੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਹਿਲਾ ਨਾਂ ਸੀ ਤਿਆਗਮੱਲ। ਜਦੋਂ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਰਤਾਰਪੁਰ ਦਾ ਜੰਗ ਲੜਿਆ ਅਤੇ ਉਸ ਜੰਗ ਦੇ ਵਿੱਚ ਸ਼੍ਰੀ ਤਿਆਗਮੱਲ ਜੀ ਬੜੀ ਬਹਾਦਰੀ ਨਾਲ ਲੜੇ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਗਲਵੱਕੜੀ ਵਿੱਚ ਲੈ ਕੇ ਕਹਿਣ ਲੱਗੇ ਵੀ ਇਹ ਸਾਡਾ ਤੇਗ ਬਹਾਦਰ ਹੈ। ਉਦੋਂ ਫਿਰ ਉਹਨਾਂ ਨੇ ਤਿਆਗਮੱਲ ਤੋਂ ਨਾਂ ਬਦਲ ਕੇ ਇਹਨਾਂ ਦਾ ਨਾਂ ਤੇਗ ਬਹਾਦਰ ਰੱਖਿਆ ਜੀ। ਔਰ ਮੈਂ ਇਹ ਵੀ ਸੰਗਤਾਂ ਨੂੰ ਦੱਸ ਦਿਆਂ ਕਿ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ 3 ਮਹਿਲ ਸੀ, ਮਾਤਾ ਨਾਨਕੀ ਜੀ, ਮਾਤਾ ਦਮੋਦਰੀ ਜੀ ਔਰ ਮਾਤਾ ਮਹਾਦੇਵੀ ਜੀ। ਔਰ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ 5 ਸਾਹਿਬਜ਼ਾਦੇ ਸੀ ਔਰ ਇੱਕ ਲੜਕੀ ਸੀ ਬੀਬੀ ਵੀਰੋ। ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਬਾਅਦ ਗੁਰਗੱਦੀ ਉੱਤੇ ਹੱਕ ਬਣਦਾ ਸੀ ਬਾਬਾ ਗੁਰਦਿੱਤਾ ਜੀ ਦਾ, ਕਿਉਂਕਿ ਵੱਡੇ ਸਾਹਿਬਜ਼ਾਦੇ ਸੀ। ਇਤਿਹਾਸਕਾਰ ਲਿਖਦੇ ਹੈ ਕਿ ਇੱਕ ਦਿਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਿਲਣ ਵਾਸਤੇ ਕੀਰਤਪੁਰ ਸਾਹਿਬ ਆਏ। ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਸਵਾਲ ਕੀਤਾ, ਜੀ ਆਪ ਜੀ ਦੇ ਕਿਤਨੇ ਸਾਹਿਬਜ਼ਾਦੇ ਨੇ? ਗੁਰੂ ਹਰਗੋਬਿੰਦ ਪਾਤਸ਼ਾਹ ਹੱਥ ਜੋੜ ਕੇ ਕਹਿਣ ਲੱਗੇ, ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ 5 ਸਾਹਿਬਜ਼ਾਦੇ ਨੇ। ਅਤੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਫਿਰ ਇੱਕ ਸਾਹਿਬਜ਼ਾਦਾ ਸਾਨੂੰ ਭੇਟਾ ਕਰ ਦਿਓ।
ਤੇ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਜੇ ਸਾਹਿਬਜ਼ਾਦੇ ਦੀ ਕੰਡ ਤੇ ਹੱਥ ਰੱਖਦੇ ਹੋ ਤੁਹਾਡਾ। ਅਜੇ ਕਿ ਬਾਬਾ ਸ਼੍ਰੀ ਚੰਦ ਜੀ ਆਪ ਗ੍ਰਸਤੀ ਨਹੀਂ ਸਨ, ਲੇਕਿਨ ਉਹਨਾਂ ਨੇ ਬਾਬਾ ਗੁਰਦਿੱਤਾ ਜੀ ਦੀ ਕੰਡ ਉੱਤੇ ਹੱਥ ਰੱਖ ਦਿੱਤਾ ਔਰ ਉਹਨਾਂ ਨੂੰ ਇੱਕ ਵਰ ਦਿੱਤਾ, ਧੰਨ ਬਾਬਾ ਗੁਰਦਿੱਤਾ, ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਦਿੱਤਾ। ਅੱਜ ਵੀ ਲੱਖਾਂ ਸ਼ਰਧਾਲੂ ਕੀਰਤਪੁਰ ਸਾਹਿਬ ਜਾ ਕੇ ਬਾਬਾ ਗੁਰਦਿੱਤਾ ਜੀ ਦੇ ਪਾਵਨ ਸਥਾਨ ਤੇ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਕਰਦੇ ਨੇ। ਜੀ ਵੇਖੋ, ਬਾਬਾ ਸ਼੍ਰੀ ਚੰਦ ਜੀ ਆਪ ਤੇ ਉਦਾਸੀ ਸਨ, ਜੀ ਉਹਨਾਂ ਨੇ ਗ੍ਰਸਤ ਮਾਰਗ ਨਹੀਂ ਧਾਰਨ ਕੀਤਾ, ਲੇਕਿਨ ਉਹਨਾਂ ਨੇ ਉਦਾਸੀ ਸੰਪਰਦਾ ਦੀ ਜਿਹੜੀ ਵਾਗਡੋਰ ਸੀ ਉਹ ਇੱਕ ਗ੍ਰਸਤੀ ਦੇ ਹੱਥ ਦਿੱਤੀ। ਜੀ। ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਬਟਾਲੇ ਵਿੱਚ ਬੀਬੀ ਨਿਹਾਲ ਕੌਰ ਦੇ ਨਾਲ ਹੋਈ। ਕਈ ਇਤਿਹਾਸਕਾਰਾਂ ਨੇ ਬੀਬੀ ਨਿਹਾਲ ਕੌਰ ਦਾ ਨਾਂ ਅਨੰਤੀ ਵੀ ਲਿਖਿਆ। ਠੀਕ ਹੈ ਜੀ। ਔਰ ਬਾਬਾ ਗੁਰਦਿੱਤਾ ਜੀ ਦੇ ਘਰ ਦੋ ਸਾਹਿਬਜ਼ਾਦਿਆਂ ਨੇ ਜਨਮ ਲਿਆ, ਇੱਕ ਸ਼੍ਰੀ ਹਰ ਰਾਏ ਜੀ, ਇੱਕ ਸ਼੍ਰੀ ਧੀਰਮਲ ਜੀ। ਠੀਕ ਹੈ। ਔਰ ਇਤਿਹਾਸਕਾਰਾਂ ਨੇ ਇਹ ਵੀ ਗੱਲ ਲਿਖੀ ਹੈ ਕਿ ਇੱਕ ਦਿਨ ਬੀਬੀ ਨਿਹਾਲ ਕੌਰ ਨੇ ਧੀਰਮਲ ਨੂੰ ਗੋਦੀ ਵਿੱਚ ਲਿਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜਦੋਂ ਬੱਚੇ ਦਾ ਮਸਤਕ ਵੇਖਿਆ ਤੇ ਉਹ ਕਹਿਣ ਲੱਗੇ, ਧੀਏ, ਇਹ ਤੇ ਆਪਣੀ ਖਾਨਦਾਨ ਦਾ ਦੂਸਰਾ ਪਰਥੀਆ ਹੋਏਗਾ। ਔਰ ਸੱਚਮੁੱਚ ਮਹਾਰਾਜ ਦਾ ਵਾਕ ਸੱਤ ਹੋਇਆ। ਇਹ ਧੀਰਮਲ ਜਿੰਨਾ ਚਿਰ ਜਿਉਂਦਾ ਰਿਹਾ, ਇਹ ਗੁਰੂ ਨਾਨਕ ਦੇ ਘਰ ਦੀ ਵਿਰੋਧਤਾ ਹੀ ਕਰਦਾ ਰਿਹਾ। ਠੀਕ ਹੈ ਜੀ। ਔਰ ਦੂਸਰੇ ਪਾਸੇ ਜੇ ਆਪਾਂ ਹਰ ਰਾਏ ਸਾਹਿਬ ਵੱਲ ਨਜ਼ਰ ਮਾਰੀਏ, ਉਹ ਬੜੇ ਕੋਮਲ ਦਿਲ ਵਾਲੇ ਸੀ। ਇਤਿਹਾਸਕਾਰ ਤੇ ਇਹ ਲਿਖਦੇ ਹੈ ਵੀ ਇੱਕ ਦਿਨ ਉਹ ਕੀਰਤਪੁਰ ਸਾਹਿਬ ਦੇ ਇੱਕ ਬਾਗ ਵਿੱਚ ਟਹਿਲ ਰਹੇ ਸੀ ਤੇ ਉਧਰੋਂ ਹਵਾ ਚੱਲ ਰਹੀ ਸੀ। ਹਵਾ ਦੇ ਨਾਲ ਹਰ ਰਾਏ ਜੀ ਦਾ ਚੋਲਾ ਉੱਡ ਰਿਹਾ ਸੀ। ਇੱਕ ਫੁੱਲ ਉਹਨਾਂ ਦੀ ਚੋਲੇ ਨਾਲ ਅੜਿਆ ਤੇ ਧਰਤੀ ਉੱਤੇ ਡਿੱਗ ਪਿਆ ਤੇ ਹਰ ਰਾਏ ਜੀ ਨੇ ਉਸ ਫੁੱਲ ਨੂੰ ਚੁੱਕਿਆ। ਉਹ ਕਹਿੰਦੇ ਨੇ ਜਿਉਂ-ਜਿਉਂ ਫੁੱਲ ਕਮਲਾ ਰਿਹਾ ਸੀ, ਹਰ ਰਾਏ ਜੀ ਦਾ ਕੋਮਲ ਹਿਰਦਾ ਵੀ ਕਮਲਾਉਂਦਾ ਚਲਾ ਗਿਆ। ਉਹ ਅਚਨਚੇਤ ਕਿਤੇ ਉਧਰ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਟਹਿਲਦੇ ਟਹਿਲਦੇ ਆ ਗਏ। ਉਹਨਾਂ ਨੇ ਜਦੋਂ ਆਪਣੇ ਪੋਤਰੇ ਹਰ ਰਾਏ ਨੂੰ ਉਦਾਸ ਵੇਖਿਆ, ਕਹਿਣ ਲੱਗੇ, ਬੇਟਾ ਬੜੇ ਉਦਾਸ ਨਜ਼ਰ ਆ ਰਹੇ ਜੇ, ਗੱਲ ਕੀ ਹੈ? ਹਰ ਰਾਏ ਜੀ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਜੀ, ਇੱਕ ਫੁੱਲ ਦਾ ਜੀਵਨ ਮੇਰੇ ਹੱਥੋਂ ਬਰਬਾਦ ਹੋ ਗਿਆ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਬੇਟਾ, ਜਦੋਂ ਸਿਰ ਉੱਤੇ ਜ਼ਿੰਮੇਵਾਰੀਆਂ ਪੈ ਜਾਣ ਫਿਰ ਸੰਭਲ ਕੇ ਤੁਰਨਾ ਚਾਹੀਦਾ। ਔਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਇੱਕ ਇਸ਼ਾਰਾ ਕਰ ਦਿੱਤਾ ਵੀ ਆਉਣ ਵਾਲੀ ਗੁਰੂ ਨਾਨਕ ਦੀ ਗੁਰਗੱਦੀ ਦੇ ਵਾਰਸ ਤੁਸੀਂ ਹੋਵੋਗੇ। ਔਰ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਹਰ ਰਾਏ ਜੀ ਜਿੰਨਾ ਚਿਰ ਜਿਉਂਦੇ ਰਹੇ, ਜਿੰਨਾ ਚਿਰ ਉਹ ਮਨੁੱਖੀ ਦੇਹੀ ਦੇ ਵਿੱਚ ਰਹੇ ਨੇ, ਉਹ ਆਪਣੀ ਚੋਲੇ ਦੀਆਂ ਕਲੀਆਂ ਨੂੰ ਫੜ ਕੇ ਤੁਰਿਆ ਕਰਦੇ। ਇਤਨੀ ਉਹਨਾਂ ਵਿੱਚ ਨਿਮਰਤਾਈ ਸੀਗੀ। ਸ੍ਰੀ ਗੁਰੂ ਹਰ ਰਾਏ ਸਾਹਿਬ ਸੱਚਮੁੱਚ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਬਾਅਦ ਫਿਰ ਗੁਰਗੱਦੀ ਉੱਤੇ ਬੈਠੇ, ਜੋ ਧੰਨ ਸ੍ਰੀ ਗੁਰੂ ਹਰ ਰਾਏ ਬਣ ਕੇ ਗੁਰਗੱਦੀ ਉੱਤੇ ਬੈਠੇ। ਠੀਕ ਹੈ। ਸੋ ਇਹ ਗੁਰੂ ਸਾਹਿਬ ਦੇ ਗੁਰਤਾ ਗੱਦੀ ਦੇ ਬਾਰੇ ਜਿਹੜੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ। ਗੁਰੂ ਸਾਹਿਬ ਦੇ ਜੀਵਨ ਦੇ ਵਿੱਚ ਬਹੁਤ ਕੁਛ ਜਿਹੜਾ ਸਿੱਖਣ ਨੂੰ, ਜਿਸ ਤਰ੍ਹਾਂ ਕਿ ਤੁਸੀਂ ਗੱਲ ਕੀਤੀ ਕਿ ਗੁਰੂ ਸਾਹਿਬ ਦਾ ਇੱਕ ਜਿਹੜਾ ਹੁਕਮ ਸੀਗਾ ਉਹ ਪੂਰੀ ਜ਼ਿੰਦਗੀ ਉਹਨਾਂ ਨੇ ਨਿਭਾਇਆ ਜੀ। ਜੋ ਆਪਣੇ ਕੁੜਤੇ ਦੀਆਂ ਕਲੀਆਂ ਸਾਨੂੰ ਹਮੇਸ਼ਾ ਆਪਣੇ ਹੱਥ 'ਚ ਫੜ ਕੇ ਰੱਖਿਆ। ਜੇ ਅਸੀਂ ਗੁਰੂ ਸਾਹਿਬ ਦੇ ਜੀਵਨ ਵੱਲ ਝਾਤ ਪਾਈਏ ਤੇ ਗੁਰੂ ਸਾਹਿਬ ਨੇ ਜਿਹੜਾ ਆਪਣਾ ਇੱਕ ਸੇਵਾ ਔਰ ਉਸ ਤੋਂ ਇਲਾਵਾ ਇੱਕ ਸਮਾਜ ਸੇਵਾ ਦੇ ਵਿੱਚ ਜਿਹੜੀ ਸੰਗਤਾਂ ਦੀਆਂ ਸੇਵਾ ਸੀਗੀ, ਉਹਨੂੰ ਦਵਾਈਆਂ ਦੇ ਨਾਲ ਜਿਹੜਾ ਇੱਕ ਠੀਕ ਕਰਨ ਦਾ ਜਿਹੜਾ ਕਦਮ ਚੁੱਕਿਆ। ਔਰ ਇਸੇ ਕਦਮ ਦੇ ਚੱਲਦੇ ਮਾਫ਼ ਕਰਨਾ ਜੀ, ਜਿਹੜੇ ਸਾਡੇ ਸ਼ਾਹਜਹਾਨ ਹੋਏ ਨੇ, ਉਹਨਾਂ ਨੇ ਵੀ ਆਪਣੇ ਪੁੱਤਰ ਦੇ ਲਈ ਜਿਹੜੀ ਗੁਰੂ ਸਾਹਿਬ ਤੋਂ ਮਦਦ ਦੀ ਮੰਗ ਕੀਤੀ ਸੀ। ਤੇ ਜੇ ਅਸੀਂ ਗੱਲ ਕਰੀਏ ਕਿ ਗੁਰੂ ਸਾਹਿਬ ਦੇ ਜੀਵਨ ਦੇ ਵਿੱਚ ਗੁਰੂ ਸਾਹਿਬ ਨੂੰ ਔਰੰਗਜ਼ੇਬ ਨੇ ਦਿੱਲੀ ਆਉਣ ਲਈ ਕਿਹਾ ਸੀ ਜੀ, ਤੋ ਉਹ ਸਾਰਾ ਘਟਨਾਕ੍ਰਮ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਤੇ ਤੁਸੀਂ ਸਾਨੂੰ ਇਹ ਦੱਸੋ ਕਿ ਗੁਰੂ ਸਾਹਿਬ ਨੇ ਦਿੱਲੀ ਜਾਣ ਤੋਂ ਇਨਕਾਰ ਕਿਉਂ ਕੀਤਾ ਸੀ? ਉਹ ਸ਼ਾਹਜਹਾਨ ਔਰੰਗਜ਼ੇਬ ਬੜਾ ਕੁਟਲ ਨੀਤੀ ਵਾਲਾ ਸੀ ਜੀ। ਔਰੰਗਜ਼ੇਬ ਨੇ ਆਪਣੇ ਵੱਡੇ ਭਰਾ ਦਾਰਾ ਸਕੂਹ ਨੂੰ ਖਾਣੇ ਦੇ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ। ਉਹ ਦਿਨੋਂ ਦਿਨ ਕਮਜ਼ੋਰ ਹੁੰਦਾ ਚਲਾ ਗਿਆ। ਡਾਕਟਰ, ਵੈਦ, ਹਕੀਮ ਇਲਾਜ ਕਰਦੇ ਗਏ, ਪਰ ਦਾਰਾ ਸਕੂਹ ਠੀਕ ਨਾ ਹੋ ਸਕਿਆ। ਫਿਰ ਕਿਸੇ ਨੇ ਦੱਸ ਪਾਈ
ਵੀ ਅਗਰ ਗੁਰੂ ਹਰਿਰਾਏ ਸਾਹਿਬ ਉਹਨਾਂ ਦਾ ਇਲਾਜ ਕਰਨ ਤਾਂ ਇਹ ਤੰਦਰੁਸਤ ਹੋ ਸਕਦਾ ਹੈ। ਇਹ ਦਾਰਾ ਸਕੂਲ ਜਦੋਂ ਫਿਰ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਆਇਆ ਤੇ ਗੁਰੂ ਹਰਿਰਾਏ ਸਾਹਿਬ ਨੇ ਫਿਰ ਇਹਦਾ ਇਲਾਜ ਕੀਤਾ। ਬਿਲਕੁਲ ਨਾਪ ਤੋਲ ਦੀਆਂ ਹਰੜਾਂ ਲੈ ਕੇ ਕੁਛ ਹੋਰ ਉਹਨਾਂ ਨੇ ਕੁਛ ਤੇ ਪਾ ਕੇ ਦਵਾਈਆਂ ਬਣਾ ਕੇ ਜਦੋਂ ਖਵਾਈਆਂ ਤੇ ਦਾਰਾ ਸਕੂਲ ਤੰਦਰੁਸਤ ਹੋ ਗਿਆ। ਔਰ ਇਸੇ ਕਰਕੇ ਜਿਹੜਾ ਦਾਰਾ ਸਕੂਲ ਸੀ ਉਹ ਗੁਰੂ ਨਾਨਕ ਦੇ ਘਰ ਦਾ ਬੜਾ ਸ਼ਰਧਾਲੂ ਸੀ। ਇਹ ਜਿਹੜਾ ਔਰੰਗਜ਼ੇਬ ਸੀ, ਮੈਂ ਤਾਂ ਕਹਿੰਦਾ ਹੁੰਦਾ ਵੀ ਕਿਸੇ ਚੰਦਰੇ ਦਿਨ ਇਹਨੇ ਬਾਬਰ ਦੇ ਘਰਾਣੇ 'ਚ ਜਨਮ ਲਿਆ, ਜਿਹੜਾ ਮੁਗਲ ਰਾਜ ਦੇ ਪਤਨ ਦਾ ਕਾਰਨ ਬਣਿਆ। ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਇੱਕ ਵਾਰ ਲਿਖਿਆ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਸਿੱਖ ਕੌਮ ਦੀ ਪ੍ਰਭਾਤ ਸਨ ਔਰ ਔਰੰਗਜ਼ੇਬ ਜਿਹੜਾ ਸੀ ਇਹ ਮੁਗਲ ਰਾਜ ਦੀ ਆਖਰੀ ਸ਼ਾਮ ਸਨ। ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਹੈ। ਇਹਨੇ ਸ਼੍ਰੀ ਗੁਰੂ ਹਰਿਰਾਏ ਮਹਾਰਾਜ ਨੂੰ ਆਪਣੇ ਦਰਬਾਰ ਵਿੱਚ ਸੱਦਿਆ, ਲੇਕਿਨ ਸ਼੍ਰੀ ਗੁਰੂ ਹਰਿਰਾਏ ਮਹਾਰਾਜ ਸੋਚਣ ਲੱਗੇ ਵੀ ਜਿਹੜਾ ਬਾਦਸ਼ਾਹ ਆਪਣੇ ਪਿਓ ਦਾ, ਭਰਾਵਾਂ ਦਾ, ਧੀਆਂ ਦਾ, ਪੁੱਤਰਾਂ ਦਾ ਸਕਾ ਨਹੀਂ ਬਣਿਆ, ਇਹ ਸਾਡਾ ਕਦੋਂ ਸਕਾ ਬਣਨ ਲੱਗਾ ਹੈ। ਦੇਖੋ ਤੁਸੀਂ ਔਰੰਗਜ਼ੇਬ ਦਾ ਕਦੀ ਇਤਿਹਾਸ ਪੜ੍ਹੋ, ਉਹਨੇ ਈਦ ਵਾਲੇ ਦਿਨ ਆਪਣੇ ਭਰਾ ਦਾਰਾ ਸਕੂਲ ਦਾ ਸਿਰ ਵੱਢ ਕੇ ਆਪਣੇ ਪਿਓ ਸ਼ਾਹਜਹਾਂ ਨੂੰ ਕਿਲ੍ਹੇ ਦੇ ਵਿੱਚ ਉਹਦੇ ਕੈਦ ਵਿੱਚ ਪਹੁੰਚਾਇਆ। ਉਹਨੇ ਆਪਣੇ ਪਿਓ ਸ਼ਾਹਜਹਾਂ ਨੂੰ ਆਗਰੇ ਦੇ ਕਿਲ੍ਹੇ ਵਿੱਚ ਕੈਦ ਕੀਤਾ ਔਰ ਸਾਰੇ ਦਿਨ ਵਿੱਚ ਇੱਕ ਉਹਨੂੰ ਪਾਣੀ ਦਾ ਇੱਕ ਪਿਆਲਾ ਦਿੰਦਾ ਸੀ। ਇਤਨਾ ਤਸ਼ੱਦਦ ਕੀਤਾ ਉਹਨੇ ਆਪਣੇ ਬਾਪ ਦੇ ਉੱਤੇ। ਉਹਦੀ ਲੜਕੀ ਸੀ ਜ਼ੇਬਲ ਨਿਸਾ, ਫਾਰਸੀ ਦੀ ਬੜੀ ਵਿਦਵਾਨ ਹੋਈ ਹੈ, ਲੇਕਿਨ ਉਹਨੇ ਆਪਣੀ ਇਸ ਧੀ ਨੂੰ ਵੀ 20 ਸਾਲ ਸਲੀਮਗੜ੍ਹ ਦੇ ਕਿਲ੍ਹੇ ਵਿੱਚ ਕੈਦ ਰੱਖਿਆ। ਬੜਾ ਜ਼ਾਲਮ ਬਾਦਸ਼ਾਹ ਸੀ। ਲੇਕਿਨ ਸ਼੍ਰੀ ਗੁਰੂ ਹਰਿਰਾਏ ਮਹਾਰਾਜ ਸੋਚਣ ਲੱਗੇ ਵੀ ਜਿਹੜਾ ਬਾਦਸ਼ਾਹ ਆਪਣੇ ਪਿਓ ਦਾ, ਭਰਾਵਾਂ ਦਾ, ਪੁੱਤਾਂ ਦਾ, ਧੀਆਂ ਦਾ ਸਕਾ ਨਹੀਂ ਬਣਿਆ ਤੇ ਉਹ ਸਾਡਾ ਸਕਾ ਕਦੋਂ ਬਣਨ ਲੱਗਾ ਜੀ। ਮੈਂ ਇਹ ਵੀ ਦੱਸ ਦਿਆਂ ਕਿ ਇੱਕ ਵਾਰ ਔਰੰਗਜ਼ੇਬ ਨੇ ਆਪਣੇ ਪੁੱਤਰ ਦੇ ਉੱਤੇ ਬਹਾਦਰ ਸ਼ਾਹ 'ਤੇ ਸ਼ੱਕ ਪਿਆ ਕਿ ਇਹ ਬਗਾਵਤ ਕਰਨ ਦੀ ਸੋਚ ਰਿਹਾ ਹੈ। ਉਹਨੇ ਬਹਾਦਰ ਸ਼ਾਹ ਨੂੰ ਆਪਣੇ ਦਰਬਾਰ ਵਿੱਚ ਸੱਦਿਆ। ਉਹਨੂੰ ਕਹਿੰਦਾ, ਬੇਟਾ ਤੈਨੂੰ ਕਿਹੜਾ ਇਤਰ ਪਸੰਦ ਹੈ? ਉਹ ਕਹਿੰਦਾ, ਅੱਬਾ ਜਾਨ ਮੈਨੂੰ ਫਿਤਨਾ ਪਸੰਦ ਹੈ। ਉਹ ਕਹਿੰਦਾ, ਮੈਂ ਫਿਤਨੇ ਦਾ ਪ੍ਰਬੰਧ ਕਰ ਲਿਆ। ਉਹਨੇ ਬਹਾਦਰ ਸ਼ਾਹ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸੀਖਾਂ ਵਿੱਚ 8 ਸਾਲ ਡੱਕੀ ਰੱਖਿਆ। ਇਤਨਾ ਜ਼ਾਲਮ ਬਾਦਸ਼ਾਹ ਸੀ। ਉਹਨੇ ਧੀਆਂ ਦਾ, ਪੁੱਤਰਾਂ ਦਾ, ਪਿਓ ਦਾ, ਕਿਸੇ ਦਾ ਲਿਹਾਜ਼ ਹੀ ਨਹੀਂ ਕੀਤਾ। ਤੇ ਮਹਾਰਾਜ ਨੇ ਵੀ ਇਹ ਸੋਚਿਆ ਵੀ ਜਿਹੜਾ ਬਾਦਸ਼ਾਹ ਆਪਣੇ ਰਿਸ਼ਤੇਦਾਰਾਂ ਦਾ ਨਹੀਂ ਸਕਾ ਬਣਿਆ, ਸਾਡਾ ਕਦੋਂ ਸਕਾ ਬਣਨਾ ਹੈ। ਤੇ ਮਹਾਰਾਜ ਨੇ ਜਾਣ ਤੋਂ ਇਨਕਾਰ ਕਰਤਾ। ਤੇ ਦਿੱਲੀ ਦੀਆਂ ਸੰਗਤਾਂ ਜਿਹੜੀਆਂ ਸੀ ਉਹ ਕਹਿੰਦੀਆਂ, ਮਹਾਰਾਜ ਵੀ ਨਹੀਂ ਜਾਣਾ, ਨਾ ਜਾਓ, ਵੀ ਤੁਸੀਂ ਆਪਣਾ ਕੋਈ ਵੱਡਾ ਲੜਕਾ ਭੇਜ ਦਿਓ। ਮਹਾਰਾਜ ਨੇ ਕਿਹਾ ਵੀ ਗੁਰੂ ਨਾਨਕ ਦੀਆਂ ਸੰਗਤਾਂ ਕਹਿ ਰਹੀਆਂ ਨੇ ਤੇ ਸਾਨੂੰ ਹੁਕਮ ਮੰਨਣਾ ਚਾਹੀਦਾ ਹੈ। ਮਹਾਰਾਜ ਨੇ ਹੁਕਮ ਖਿੜੇ ਮੱਥੇ ਪ੍ਰਵਾਨ ਕਰ ਲਿਆ। ਮਹਾਰਾਜ ਨੇ ਫਿਰ ਦਿੱਲੀ ਦੀਆਂ ਸੰਗਤਾਂ ਦੇ ਕਹਿਣ ਤੇ ਆਪਣੇ ਵੱਡੇ ਲੜਕੇ ਬਾਬਾ ਰਾਮ ਰਾਏ ਨੂੰ ਸੱਦਿਆ ਜੀ। ਉਹਨੂੰ ਕਹਿਣ ਲੱਗੇ, ਬੇਟਾ ਵੀ ਦੇਖ, ਅਸੀਂ ਤੈਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਭੇਜਣ ਲੱਗੇ ਹਾਂ, ਸਾਡੀਆਂ 3 ਗੱਲਾਂ ਯਾਦ ਰੱਖੀ। ਬਾਬਾ ਰਾਮ ਰਾਏ ਕਹਿੰਦਾ, ਮਹਾਰਾਜ ਹੁਕਮ ਕਰੋ। ਮਹਾਰਾਜ ਨੇ ਪਹਿਲੀ ਗੱਲ ਕਹੀ ਵੀ ਬੇਟਾ ਆਪਣੀ ਪਿੱਠ ਨੂੰ ਕਦੀ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਨਾ ਕਰੀ। ਜੀ। ਪਰ ਅੱਜ ਮੈਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਅੱਜ ਕੁਝ ਲੋਕ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮਿਆਂ ਨੂੰ ਤਿਲਾਂਜਲੀ ਦੇ ਰਹੇ ਆ ਜੀ। ਔਰ ਮੈਂ ਸਮਝਦਾ ਕਿ ਇਹ ਕੋਈ ਕੁਛ ਸਿੱਖ ਕੌਮ ਵਾਸਤੇ ਕੋਈ ਸ਼ੁਭ ਸੰਕੇਤ ਨਹੀਂ। ਮਹਾਰਾਜ ਨੇ ਪਹਿਲੀ ਗੱਲ ਇਹ ਕਹੀ ਵੀ ਬੇਟਾ ਆਪਣੀ ਪਿੱਠ ਨੂੰ ਕਦੀ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਨਾ ਕਰੀ। ਦੂਸਰਾ ਮੇਰੇ ਹਜ਼ੂਰ ਨੇ ਇਹ ਬਚਨ ਕੀਤਾ ਕਿ ਬੇਟਾ ਔਰੰਗਜ਼ੇਬ ਦੇ ਦਰਬਾਰ ਵਿੱਚ ਕਰਾਮਾਤ ਨਾ ਵਿਖਾਈ। ਠੀਕ ਹੈ। ਤੇ ਤੀਜਾ ਮੇਰੇ ਹਜ਼ੂਰ ਨੇ ਫਿਰ ਇਹ ਹੁਕਮ ਕਰ ਦਿੱਤਾ ਕਿ ਜੇ ਤੈਨੂੰ ਕਿਤੇ ਲੋੜ ਪੈ ਗਈ, ਗੁਰੂ ਨਾਨਕ ਦਾ ਨਾਂ ਲੈ ਕੇ ਜੋ ਬਚਨ ਕਰੇਂਗਾ ਉਹ ਸੱਤ ਹੁੰਦਾ ਚਲਾ ਜਾਏਗਾ। ਪੂਰਨ ਸ਼ਕਤੀਆਂ ਦੇ ਕੇ ਬਾਬਾ ਰਾਮ ਰਾਏ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਭੇਜ ਦਿੱਤਾ। ਠੀਕ ਹੈ ਜੀ। ਤੋ ਇੱਥੇ ਗੁਰੂ ਸਾਹਿਬ ਨੇ ਆਪਣੇ ਜਿਹੜੇ ਵੱਡੇ ਸਪੁੱਤਰ ਸੀ ਉਹਨਾਂ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਭੇਜਿਆ, ਪਰ ਉਸ ਤੋਂ ਬਾਅਦ ਜੋ ਕੁਝ ਹੋਇਆ ਉਹਦੇ ਬਾਰੇ ਅਸੀਂ ਚਰਚਾ ਕਰਾਂਗੇ। ਪਰ ਫਿਲਹਾਲ ਇਹਨੇ ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਜਿਹੜੀ ਇਹ ਸਾਖੀ ਆ ਇਸ ਤਰ੍ਹਾਂ ਹੀ ਜਾਰੀ ਰਹੇਗੀ।
ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਸਾਡੇ ਸ਼ੋਅ 1 ਆਵਰ ਦੇ ਵਿੱਚ। ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕੁਲਜੀਤ ਸਿੰਘ ਜੀ ਦਿਲਬਰ ਜੀ ਦੇ ਨਾਲ, ਜੋ ਕਿ ਸਾਡੇ ਪੰਥ ਦੇ ਮਹਾਨ ਢਾਡੀ ਨੇ। ਔਰ ਸਾਡੀ ਅੱਜ ਗੱਲਬਾਤ ਦਾ ਜੋ ਵਿਸ਼ਾ ਹੈ ਉਹ ਗੁਰੂ ਇਤਿਹਾਸ ਹੈ, ਜਿਸ ਵਿੱਚ ਅਸੀਂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦੇ ਬਾਰੇ ਗੱਲਬਾਤ ਕਰਾਂਗੇ। ਔਰ ਫਿਲਹਾਲ ਜੋ ਸਾਡੀ ਗੱਲਬਾਤ ਦਾ ਵਿਸ਼ਾ ਚੱਲ ਰਿਹਾ ਹੈ ਉਹ ਹੈ ਸ਼੍ਰੀ ਗੁਰੂ ਹਰਿਰਾਏ ਜੀ ਦੇ ਜੀਵਨ ਬਾਰੇ। ਸੋ ਜਿਸ ਤਰ੍ਹਾਂ ਸਾਨੂੰ ਗਿਆਨੀ ਜੀ ਨੇ ਦੱਸਿਆ ਕਿ ਗੁਰੂ ਸਾਹਿਬ ਨੇ ਦਿੱਲੀ ਜਾਣ ਤੋਂ ਮਨਾ ਕਰ ਦਿੱਤਾ, ਪਰ ਸੰਗਤਾਂ 'ਤੇ ਪੁਰਜ਼ੋਰ ਅਪੀਲ ਦੇ ਉੱਤੇ ਸੰਗਤਾਂ ਨੇ ਬੇਨਤੀ ਕੀਤੀ ਤਾਂ ਉਹਨਾਂ ਵੱਲੋਂ ਆਪਣੇ ਵੱਡੇ ਸਪੁੱਤਰ ਸ਼੍ਰੀ ਗੁਰੂ ਹਰਿਰਾਏ ਜੀ ਨੂੰ ਜਿਹੜਾ ਦਿੱਲੀ ਭੇਜਿਆ ਗਿਆ। ਔਰ ਜਾਣ ਤੋਂ ਪਹਿਲਾਂ ਜਿਹੜੇ 3 ਬਚਨ ਉਹਨਾਂ ਨੇ ਗੁਰੂ ਸਾਹਿਬ ਨੇ ਆਪਣੇ ਸਪੁੱਤਰ ਨੂੰ ਕੀਤੇ ਕਿ ਅਕਾਲ ਤਖਤ ਸਾਹਿਬ ਜੀ ਨੂੰ ਕਦੀ ਪਿੱਠ ਨਹੀਂ ਦਿਖਾਉਣੀ, ਔਰ ਦੂਸਰਾ ਸੀ ਕਿ ਕਦੀ ਕਰਾਮਾਤ ਨਹੀਂ ਦਿਖਾਉਣੀ, ਔਰ ਤੀਸਰਾ ਸੀ ਕਿ ਅਗਰ ਤੁਹਾਨੂੰ ਜ਼ਰੂਰਤ ਪੈ ਜਾਵੇ ਤਾਂ ਤੁਹਾਨੂੰ ਅਸੀਂ ਪੂਰੀਆਂ ਸ਼ਕਤੀਆਂ ਜਿਹੜੀਆਂ ਉਹ ਦਿੰਦੇ ਹਾਂ ਗੁਰੂ ਨਾਨਕ ਦੇ ਘਰ ਦੀਆਂ। ਸੋ ਉਸ ਤੋਂ ਅੱਗੇ ਕੀ ਹੋਇਆ, ਦਿੱਲੀ ਜਾ ਕੇ ਕੀ ਵਾਪਰਿਆ, ਸੋ ਉਹਦੇ ਬਾਰੇ ਅਸੀਂ ਗਿਆਨੀ ਜੀ ਦੇ ਨਾਲ ਅੱਗੇ ਗੱਲਬਾਤ ਕਰਾਂਗੇ। ਸੋ ਖਾਲਸਾ ਜੀ, ਹੁਣ ਸ਼੍ਰੀ ਗੁਰੂ ਹਰਿਰਾਏ ਜੀ ਦੇ ਸਪੁੱਤਰ ਰਾਮ ਰਾਏ ਜੀ ਦਿੱਲੀ ਜਿਹੜਾ ਔਰੰਗਜ਼ੇਬ ਦੇ ਸਭਾ ਦੇ ਵਿੱਚ ਪਹੁੰਚੇ ਆ, ਅਤੇ ਇੱਥੇ ਕੀ ਹੋਇਆ? ਸ਼੍ਰੀ ਗੁਰੂ ਹਰਿਰਾਏ ਸਾਹਿਬ ਨੇ ਬਾਬਾ ਰਾਮ ਰਾਏ ਨੂੰ ਪੂਰਨ ਸ਼ਕਤੀਆਂ ਦੇ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਭੇਜ ਦਿੱਤਾ। ਇਤਿਹਾਸਕਾਰਾਂ ਨੇ ਤੇ ਇਹ ਲਿਖਿਆ ਵੀ ਬਾਬਾ ਰਾਮ ਰਾਏ ਨੇ ਸੋਚਿਆ ਵੀ ਮੇਰੇ ਵਿੱਚ ਸ਼ਕਤੀਆਂ ਤੇ ਆ ਹੀ ਗਈਆਂ, ਵੀ ਇਹਨਾਂ ਨੂੰ ਅਜਮਾਉਣਾ ਵੀ ਚਾਹੀਦਾ। ਇੱਕ ਦਿਨ ਉਹਨੇ ਗੁਰੂ ਨਾਨਕ ਸਾਹਿਬ ਦਾ ਨਾਂ ਲਿਆ, ਕਹਿੰਦਾ ਇੱਕ ਪਾਲਕੀ ਹਾਜ਼ਰ ਹੋਵੇ। ਪਾਲਕੀ ਹਾਜ਼ਰ ਹੋ ਗਈ, ਕਹਿੰਦਾ ਬਿਨਾਂ ਕਹਾਰਾਂ ਤੋਂ ਉੱਡੇ ਅਤੇ ਮੈਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਪਹੁੰਚਾਵੇ। ਬਾਬਾ ਰਾਮ ਰਾਏ ਪਾਲਕੀ ਦੇ ਵਿੱਚ ਬਹਿ ਗਿਆ, ਉਹਨੇ ਬਿਨਾਂ ਕਹਾਰਾਂ ਤੋਂ ਪਾਲਕੀ ਉੱਡੀ, ਔਰੰਗਜ਼ੇਬ ਦੇ ਦਰਬਾਰ ਵਿੱਚ ਪਹੁੰਚ ਗਏ। ਉੱਥੇ ਇਤਿਹਾਸਕਾਰਾਂ ਨੇ ਲਿਖਿਆ ਕਿ 72 ਕਰਾਮਾਤਾਂ ਬਾਬਾ ਰਾਮ ਰਾਏ ਨੇ ਔਰੰਗਜ਼ੇਬ ਦੇ ਦਰਬਾਰ ਵਿੱਚ ਵਿਖਾਈਆਂ, 72 ਕਰਾਮਾਤਾਂ। ਲੇਕਿਨ 72 ਕਰਾਮਾਤਾਂ ਵੀ ਵੇਖ ਕੇ ਔਰੰਗਜ਼ੇਬ ਖੁਸ਼ ਨਹੀਂ ਹੋਇਆ। ਲੇਕਿਨ ਇੱਕ ਗੱਲ ਉਹ ਸਮਝ ਗਿਆ ਕਿ ਗੁਰੂ ਨਾਨਕ ਦੀ ਗੁਰਗੱਦੀ ਬੜੀ ਸ਼ਕਤੀਸ਼ਾਲੀ ਹੈ, ਪਰ ਇਹਦੇ ਨਾਲ ਮੱਥਾ ਡਾਉਣਾ ਠੀਕ ਨਹੀਂ। ਪਰ ਫਿਰ ਵੀ ਔਰੰਗਜ਼ੇਬ ਬੜਾ ਕੱਟੜ ਨੀਤੀ ਦਿਮਾਗ ਸੀ। ਉਹਨੇ ਬਾਬਾ ਰਾਮ ਰਾਏ ਦੇ ਇੱਕ ਦਿਨ ਸਵਾਲ ਖੜਾ ਕੀਤਾ, ਕਹਿਣ ਲੱਗਾ ਬਾਬਾ ਜੀ, ਤੁਹਾਡਾ ਵੱਡਾ ਪੈਗੰਬਰ ਗੁਰੂ ਨਾਨਕ ਆਪਣੀ ਬਾਣੀ ਦੇ ਵਿੱਚ ਲਿਖ ਕੇ ਗਿਆ ਹੈ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਜੀ ਹੁਣ ਜੀ ਆਪਾਂ ਇਹਦੀ ਅਰਥ ਕਰਨੀ ਹੋਣ, ਇਹ ਮੁਸਲਮਾਨ ਲੋਕ ਜਿਹੜੇ ਆ ਇਹ ਲਾਸ਼ ਨੂੰ ਅੱਗ ਨਹੀਂ ਲਾਉਂਦੇ ਜੀ, ਇਹ ਲਾਸ਼ ਨੂੰ ਦਫਨ ਕਰਦੇ ਆ। ਜਦੋਂ ਲਾਸ਼ ਮਿੱਟੀ ਵਿੱਚ ਦਫਨ ਹੁੰਦੀ ਹੈ, ਇਹ ਮਿੱਟੀ ਵਿੱਚ ਹੋ ਕੇ ਮਿੱਟੀ ਹੋ ਜਾਂਦੀ ਹੈ ਜੀ। ਤੇ ਘੁਮਿਆਰ ਨਹੀਂ ਜਦੋਂ ਭਾਂਡੇ ਬਣਾਉਣੇ ਹੁੰਦੇ ਆ, ਉਹ ਚੀਕਣੀ ਮਿੱਟੀ ਦੀ ਭਾਲ ਵਿੱਚ ਨਿਕਲਦਾ ਜੀ, ਤੇ ਚੀਕਣੀ ਮਿੱਟੀ ਹਮੇਸ਼ਾ ਸ਼ਮਸ਼ਾਨ ਭੂਮੀ 'ਚੋਂ ਮਿਲਦੀ ਹੈ ਜੀ। ਹੁਣ ਉਹ ਘੁਮਿਆਰ ਆਉਂਦਾ, ਉਹ ਚੀਕਣੀ ਮਿੱਟੀ ਲੈ ਜਾਂਦਾ, ਉਹਦੇ ਫਿਰ ਭਾਂਡੇ ਬਣਾ ਕੇ ਫਿਰ ਉਹਨੂੰ ਅੱਗ ਵਿੱਚ ਸਾੜ ਦਿੰਦਾ। ਤੇ ਕਿੱਥੇ ਦੇ ਮੁਸਲਮਾਨ ਕਹਿੰਦੇ ਆ ਵੀ ਅਸੀਂ ਅੱਗ, ਕਿਉਂਕਿ ਉਹਨਾਂ ਦਾ ਇਹ ਨਿਸ਼ਚਾ ਹੈ ਕਿ ਮਨੁੱਖ ਪਹਿਲੀ ਦੋਜ਼ਖ ਦੀ ਅੱਗ ਵਿੱਚ ਸੜ ਰਿਹਾ, ਇਹਨੂੰ ਅੱਗ ਲਾਉਣੀ ਠੀਕ ਨਹੀਂ। ਠੀਕ ਹੈ। ਪਰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਆ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਔਰੰਗਜ਼ੇਬ ਕਹਿਣ ਲੱਗਾ ਬਾਬਾ ਰਾਮ ਰਾਏ ਜੀ, ਇਹ ਇਸਲਾਮ ਉੱਤੇ ਸਿੱਧਾ ਹਮਲਾ ਹੈ। ਤੇ ਬਾਬਾ ਰਾਮ ਰਾਏ ਘਬਰਾ ਗਿਆ, ਡੋਲ ਗਿਆ, ਤੇ ਇਹ ਕਹਿਣ ਲੱਗਾ ਜਹਾਂਪਨਾ, ਤੁਹਾਨੂੰ ਕਿਸੇ ਨੇ ਗਲਤ ਦੱਸਿਆ ਹੈ। ਲਿਖਾਰੀ ਨੇ ਲਿਖਣਾ ਸੀ ਬੇਈਮਾਨ, ਗਲਤੀ ਕੋਲ ਉਹਦੇ ਕੋਲ ਮੁਸਲਮਾਨ ਲਿਖਿਆ ਗਿਆ ਹੈ। ਇਹ ਗੱਲ ਕਹਿ ਕੇ ਕਹਿੰਦੇ ਜੀ ਅਸਲ ਵਿੱਚ ਤੇ ਹੈ ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਠੀਕ ਹੈ ਜੀ। ਇਹ ਗੱਲ ਸੁਣ ਕੇ ਔਰੰਗਜ਼ੇਬ ਤੇ ਖੁਸ਼ ਹੋ ਗਿਆ। ਪਰ ਇੱਧਰ ਬਾਬਾ ਰਾਮ ਰਾਏ ਨੇ ਗੁਰਬਾਣੀ ਦੀ ਇੱਕ ਤੁਕ ਬਦਲ ਦਿੱਤੀ ਜੀ। ਜਦੋਂ ਤੁਕ ਬਦਲੀ, ਦਿੱਲੀ ਦੀਆਂ ਸੰਗਤਾਂ ਤਿਲ ਮਿਲਾ ਉੱਠੀਆਂ। ਉਹਨਾਂ ਨੇ ਫਿਰ ਗੁਰੂ ਹਰਿਰਾਏ ਸਾਹਿਬ ਨੂੰ ਚਿੱਠੀ ਲਿਖੀ, ਮਹਾਰਾਜ ਵੀ ਸਾਡੇ ਮਨਾਂ ਵਿੱਚ ਗੁਰਬਾਣੀ ਦਾ ਜੋ ਸਤਿਕਾਰ ਸੀ ਉਹਦੇ ਪ੍ਰਤੀ ਸ਼ੰਕੇ ਪੈਦਾ ਹੋ ਗਏ, ਸਾਡੀ ਨਿਵਰਤੀ ਕਰੋ। ਅੱਜ ਵੀ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਗੁਰਬਾਣੀ ਦੇ ਉੱਤੇ ਕਿੰਤੂ ਹੋ ਰਿਹਾ ਜੀ। ਅੱਜ ਕਈ ਸੱਜਣ ਕਹਿੰਦੇ ਜੀ ਸਾਨੂੰ ਰਾਗਮਾਲਾ ਨਹੀਂ ਪੜ੍ਹਨੀ ਚਾਹੀਦੀ, ਕੋਈ ਕਹਿੰਦਾ ਜੀ ਮੰਗਲਾ ਦਾ ਰੌਲਾ ਹੈ। ਅਤੇ ਮੈਂ ਤਾਂ ਕਹਿੰਦਾ ਹੁੰਦਾ ਵੀ ਗੁਰੂ ਨਾਨਕ ਦਾ ਹੋਵੇ ਸਿੱਖ ਕਿ ਉਹ ਗੁਰੂ ਦੀ ਬਾਣੀ ਉੱਤੇ ਕਿੰਤੂ ਕਰੇ, ਸਿੱਖੀ ਖਤਰੇ ਵਿੱਚ ਹੈ ਜੀ। ਸਾਨੂੰ ਗੁਰਬਾਣੀ ਦਾ ਜਿੰਨਾ ਵੀ ਅਸੀਂ ਅਦਬ ਕਰ ਸਕੀਏ
ਸਾਨੂੰ ਕਰਨਾ ਚਾਹੀਦਾ ਹੈ। ਜੀ ਦੇਖੋ, ਕਦੀ ਗੁਰੂ ਹਰਿਰਾਏ ਸਾਹਿਬ ਦਾ ਇਤਿਹਾਸ ਪੜ੍ਹੋ। ਗੁਰੂ ਹਰਿਰਾਏ ਸਾਹਿਬ ਆਪ ਗੁਰਬਾਣੀ ਦਾ ਬੜਾ ਸਤਿਕਾਰ ਕਰਦੇ। ਜੀ ਇੱਕ ਦਿਨ ਕਹਿੰਦੇ ਵੀ ਮਹਾਰਾਜ ਜੀ ਤਖਤ ਉੱਤੇ ਬੈਠੇ ਸੀ ਤੇ ਇੱਧਰੋਂ ਕਾਬਲ ਦੀ ਸੰਗਤ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ ਆ ਰਹੀ ਸੀ। ਉਹ ਸੰਗਤਾਂ ਵਾਹਿਗੁਰੂ 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 ਦਾ ਜਾਪ ਕਰਦੀਆਂ ਆ ਰਹੀਆਂ ਸੀ ਤੇ ਜਦੋਂ ਮਹਾਰਾਜ ਦੇ ਕੰਨਾਂ ਵਿੱਚ ਗੁਰਬਾਣੀ ਦੀਆਂ ਤੁਕਾਂ ਸੁਣਾਈ ਦਿੱਤੀਆਂ ਤੇ ਮਹਾਰਾਜ ਐਡੀ ਫੁਰਤੀ ਨਾਲ ਉੱਠੇ। ਉਹ ਡਿੱਗਦੇ ਡਿੱਗਦੇ ਸੰਭਲੇ, ਗੋਡਿਆਂ ਤੇ ਸੱਟ ਵੀ ਲੱਗ ਗਈ ਤੇ ਕੋਲ ਖੜੇ ਮਸੰਦ ਕਹਿਣ ਲੱਗੇ, ਮਹਾਰਾਜ ਐਡੀ ਵੀ ਕਾਹਲੀ ਕਾਹਦੀ ਸੀ ਵੀ ਤੁਸੀਂ ਗੋਡਿਆਂ ਤੇ ਸੱਟ ਹੀ ਲਵਾ ਲਈ। ਤਾਂ ਮਹਾਰਾਜ ਜੀ ਨੇ ਉੱਥੇ ਉਪਦੇਸ਼ ਕੀਤਾ ਸੀ, ਗੁਰੂ ਨਾਨਕ ਦੇ ਸਿੱਖੋ, ਕਦੀ ਵੀ ਤੁਹਾਡੇ ਕੰਨਾਂ ਵਿੱਚ ਗੁਰਬਾਣੀ ਦੀਆਂ ਤੁਕਾਂ ਸੁਣਾਈ ਦੇਣ, ਉੱਥੇ ਖੜ ਕੇ ਗੁਰਬਾਣੀ ਦਾ ਸਤਿਕਾਰ ਕਰਿਆ ਕਰੋ। ਔਰ ਸਾਨੂੰ ਅੱਜ ਗੁਰਬਾਣੀ ਦਾ ਜਿਤਨਾ ਅਸੀਂ ਸਤਿਕਾਰ ਕਰ ਸਕੀਏ ਉਨਾ ਹੀ ਥੋੜ੍ਹਾ ਹੈ। ਜੀ ਪਰ ਅਫਸੋਸ ਇਸ ਗੱਲ ਦਾ ਹੈ, ਅੱਜ ਕਈ ਸੱਜਣ ਤੇ ਹੁਣ ਅਸੀਂ ਸਿੱਖ ਕੌਮ ਇਸ ਵਿਵਾਦ ਵਿੱਚ ਹੀ ਪੈ ਗਈ ਹੈ ਕਿ ਜੀ ਸਾਡਾ ਮੂਲ ਮੰਤਰ ਆਦਿ ਹੋਸੀ ਪੀ ਸੱਚ ਨਾਨਕ ਹੋਸੀ ਪੀ ਤੱਕ ਹੋਣਾ ਚਾਹੀਦਾ ਹੈ। ਕੋਈ ਕਹਿੰਦਾ ਜੀ ਗੁਰ ਪ੍ਰਸਾਦ ਜਪ ਤੱਕ ਹੋਣਾ ਚਾਹੀਦਾ ਹੈ। ਜੀ ਸੋ ਇਹੋ ਜਿਹੇ ਕਿੰਤੂ ਪਰੰਤੂ ਜਿਹੜੇ ਹੈ, ਭਾਈ ਗੁਰਬਾਣੀ ਤਾਂ ਜਿੰਨੀ ਪੜ੍ਹ ਲਵੋ ਉਨੀ ਥੋੜ੍ਹੀ ਹੈ। ਜੀ ਅੱਜ ਸਾਨੂੰ ਇਹਨਾਂ ਵਿਵਾਦਾਂ ਤੋਂ ਹਟ ਕੇ ਗੁਰਬਾਣੀ ਦਾ ਸਤਿਕਾਰ ਕਰਨ ਦੀ ਜ਼ਰੂਰਤ ਹੈ। ਇੱਥੇ ਮੈਂ ਹੋਰ ਵੀ ਦੱਸਣਾ ਚਾਹੂੰਗਾ ਕਿ ਸਾਡੇ ਇੱਕ ਪੋਲੀਟੀਕਲ ਲੀਡਰ ਵੀ ਨੇ ਪੰਜਾਬ ਦੇ, ਜਿਨ੍ਹਾਂ ਨੇ ਗੁਰਬਾਣੀ ਦੀ ਦੇਸ਼ੇ ਬਾਬਰ ਮੋਹੇ ਦੀ ਤੁਕ ਬਦਲ ਦਿੱਤੀ ਸੀਗੀ। ਇਹ ਬਸ ਇਲੈਕਸ਼ਨਾਂ ਦੇ ਭੂਤ ਸਵਾਰ ਇੱਦਾਂ ਦਾ ਹੋਇਆ ਕਿ ਗੁਰਬਾਣੀ ਨੂੰ ਬਦਲਦੇ ਹੈ। ਸੋ ਦੇਖੋ, ਗੁਰਬਾਣੀ ਦੇ ਸਤਿਕਾਰ ਵਿੱਚ ਗੁਰੂ, ਫਿਰ ਜਦੋਂ ਗੁਰੂ ਹਰਿਰਾਏ ਸਾਹਿਬ ਨੂੰ ਇਹ ਪਤਾ ਲੱਗਾ ਨਾ ਕਿ ਸਾਡੇ ਪੁੱਤਰ ਰਾਮ ਰਾਏ ਨੇ ਗੁਰਬਾਣੀ ਦੀ ਤੁਕ ਬਦਲੀ ਹੈ, ਉਹ ਸੋਚਣ ਲੱਗੇ ਵੀ ਜਿਸ ਗੁਰਬਾਣੀ ਦੀ ਖਾਤਰ ਸਾਡੇ ਪਿਤਾ ਅਰਜਨ ਦੇਵ ਜੀ ਨੂੰ ਤਤੀਆਂ ਤਵੀਆਂ ਉੱਤੇ ਬੈਠ ਕੇ ਸ਼ਹੀਦ ਹੋਣਾ ਪਿਆ, ਕਿਉਂਕਿ ਜਹਾਂਗੀਰ ਨੇ ਕਿਹਾ ਸੀ ਕਿ ਇਸ ਜਿਹੜੀ ਧੁਰਕੀ ਬਾਣੀ ਹੈ ਇਹਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਉਸਤਤ ਲਿਖ ਦਿਓ, ਜੀ ਸਜਾਏ ਮੌਤ ਤੋਂ ਬਚ ਜਾਓਗੇ। ਹਾਂਜੀ ਤਾਂ ਮਹਾਰਾਜ ਨੇ ਕਿਹਾ ਸੀ ਇਹ ਧੁਰਕੀ ਬਾਣੀ ਹੈ, ਇਹਦੇ ਵਿੱਚ ਇੱਕ ਵੀ ਅੱਖਰ ਘੱਟ ਵੱਧ ਨਹੀਂ ਕੀਤਾ ਜਾ ਸਕਦਾ। ਔਰ ਮਹਾਰਾਜ ਨੇ ਅੱਖਰ ਘੱਟ ਵੱਧ ਕਰਨ ਤੋਂ ਇਨਕਾਰ ਕਰ ਦਿੱਤਾ ਔਰ ਜਹਾਂਗੀਰ ਨੇ ਮਹਾਰਾਜ ਨੂੰ ਤਤੀਆਂ ਤਵੀਆਂ ਉੱਤੇ ਬਿਠਾ ਕੇ ਸ਼ਹੀਦ ਕੀਤਾ ਸੀ। ਜੀ ਤੇ ਗੁਰੂ ਹਰਿਰਾਏ ਸੋਚਣ ਲੱਗੇ ਵੀ ਜਿਸ ਗੁਰਬਾਣੀ ਦੇ ਬਦਲੇ ਪੰਚਮ ਪਾਤਸ਼ਾਹ ਨੂੰ ਤਤੀਆਂ ਤਵੀਆਂ ਉੱਤੇ ਬੈਠ ਕੇ ਸ਼ਹੀਦ ਹੋਣਾ ਪਿਆ ਸੀ, ਵੀ ਅੱਜ ਸਾਡੇ ਪੁੱਤਰ ਰਾਮ ਰਾਏ ਨੇ ਗੁਰਬਾਣੀ ਦੀ ਤੁਕ ਹੀ ਬਦਲ ਦਿੱਤੀ ਹੈ। ਜੀ ਸੰਗਤਾਂ ਸਾਰੀਆਂ ਬੈਠੀਆਂ ਸੀ, ਮਾਤਾ ਕ੍ਰਿਸ਼ਨ ਕੌਰ ਜੀ ਵੀ ਦੀਵਾਨ ਵਿੱਚ ਬੈਠੇ ਸੀ। ਤਾਂ ਉਸ ਵੇਲੇ ਸ੍ਰੀ ਗੁਰੂ ਹਰਿਰਾਏ ਮਹਾਰਾਜ ਨੇ ਭਰੀ ਸੰਗਤ ਵਿੱਚ ਕਿਹਾ ਸੀ ਕਿ ਉਸ ਦੁਸ਼ਟ ਰਾਮ ਰਾਏ ਨੂੰ ਕਹੋ ਉਹ ਸਾਡੇ ਮੱਥੇ ਨਾ ਲੱਗੇ। ਅਸੀਂ ਉਹਦੇ ਪਿਤਾ ਨਹੀਂ, ਅਸੀਂ ਉਹਦੇ ਗੁਰੂ ਨਹੀਂ, ਉਹ ਜਿੱਧਰ ਨੂੰ ਜਾਣਾ ਚਾਹੇ ਚਲਾ ਜਾਵੇ, ਪਰ ਅੱਜ ਤੋਂ ਬਾਅਦ ਸਾਡੇ ਮੱਥੇ ਨਾ ਲੱਗੇ। ਅਸੀਂ ਉਹਦੇ ਪਿਤਾ ਵੀ ਨਹੀਂ, ਅਸੀਂ ਉਹਦੇ ਗੁਰੂ ਵੀ ਨਹੀਂ। ਔਰ ਮਹਾਰਾਜ ਨੇ ਵੇਖੋ ਗੁਰਬਾਣੀ ਦੇ ਸਤਿਕਾਰ ਬਦਲੇ ਸੱਕੇ ਪੁੱਤਰ ਦਾ ਸਦਾ ਵਾਸਤੇ ਤਿਆਗ ਕਰ ਦਿੱਤਾ। ਜੀ ਕਿਤਨਾ ਗੁਰਬਾਣੀ ਦਾ ਅਦਬ ਹੈ, ਕਿਤਨਾ ਸਤਿਕਾਰ ਹੈ। ਗੁਰਬਾਣੀ ਦੇ ਸਤਿਕਾਰ ਬਦਲੇ ਮਹਾਰਾਜ ਨੇ ਆਪਣੇ ਪੁੱਤਰ ਦਾ ਤਿਆਗ ਕਰ ਦਿੱਤਾ, ਲੇਕਿਨ ਗੁਰਬਾਣੀ ਦਾ ਅਦਬ ਪੂਰਾ ਕੀਤਾ। ਜੀ ਇਸੇ ਕਰਕੇ ਗੁਰੂ ਹਰਿਰਾਏ ਸਾਹਿਬ ਉਹਨਾਂ ਨੇ ਫਿਰ ਆਪਣੇ 5 ਸਾਲ ਦੇ ਬਾਲਕ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਉੱਤੇ ਦੇ ਕੇ ਤੇ ਆਪ ਮਹਾਰਾਜ ਜੋਤੀ ਜੋਤ ਸਮਾਏ। ਸੋ ਇਹ ਜਿਹੜਾ ਇਹ ਕਹਿ ਸਕਦੇ ਹਾਂ ਕਿ ਇਸ ਸਾਖੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਦੇ ਪੋਲੀਟੀਕਲ ਲੀਡਰ ਆਪਣੇ ਮਤਲਬ ਲਈ ਆਪਣਾ ਪੋਲੀਟੀਕਲ ਜਿਹੜਾ ਸਿਆਸੀ ਰੋਹਬ ਜਮਾ ਕੇ ਅਤੇ ਉਹ ਫਿਰ ਵੀ ਬਚ ਨਿਕਲਦੇ ਆ। ਥੋੜ੍ਹੀਆਂ ਜਿਹੀਆਂ ਜਿਹੜੀਆਂ ਉਹਨਾਂ ਨੂੰ ਸਜ਼ਾਵਾਂ ਲੱਗਦੀਆਂ ਉਹ ਭੁਗਤਾ ਕੇ ਅਤੇ ਫਿਰ ਦੁਬਾਰਾ ਪੰਥ ਦੇ ਵਿੱਚ ਖੜ੍ਹੇ ਹੋ ਜਾਂਦੇ ਆ, ਸਟੇਜਾਂ ਦੇ ਉੱਤੇ ਖੜ੍ਹੇ ਹੋ ਜਾਂਦੇ ਆ। ਪਤਾ ਨਹੀਂ ਇਹ ਸਾਡਾ ਪੰਥ ਜਾ ਕੇ ਇੱਧਰ ਨੂੰ ਰਿਹਾ ਆ। ਇੱਕ ਅਕਾਲ ਤਖ਼ਤ ਸਾਹਿਬ 'ਤੇ ਜੋ ਸਿਆਸੀ ਇੱਕ ਪ੍ਰਭਾਵ ਆ ਉਹ ਵੀ ਕੁਛ ਜ਼ਿਆਦਾ ਪਿਛਲੇ ਕੁਛ ਸਮੇਂ 'ਚ ਵੱਧਦਾ ਨਜ਼ਰ ਆ ਰਿਹਾ ਹੈ। ਦੇਖੋ, ਪਾਵਰ ਤੇ ਸੰਗਤਾਂ ਦੇ ਹੱਥ ਵਿੱਚ ਹੈ, ਲੋਕਾਂ ਦੇ ਹੱਥ ਵਿੱਚ ਹੈ। ਲੇਕਿਨ ਸੰਗਤਾਂ ਨੇ ਜੇ ਉਹਨਾਂ ਨੇ ਤੁਕ ਬਦਲੀ ਵੀ ਸੀ ਦੇਸ਼ੀਵਾਦੀ, ਤਾਂ ਲੋਕਾਂ ਨੇ ਉਹਨਾਂ ਦਾ ਪੰਜਾ ਵੀ ਛਕਾ ਦਿੱਤਾ। ਸੋ ਘੱਟੋ ਘੱਟ ਗੁਰਬਾਣੀ ਦੇ ਨਾਲ ਛੇੜਖਾੜ ਨਹੀਂ ਹੋਣੀ ਚਾਹੀਦੀ, ਕਿਉਂਕਿ ਜਿੰਨੀ ਛੇੜਛਾੜ ਕਰਾਂਗੇ ਇਹ ਜਿਹੜੇ ਵਿਰੋਧੀ ਲੋਕ ਇਹ ਸਾਡੇ ਉੱਤੇ ਹਾਵੀ ਹੋਣਗੇ। ਇਸ ਕਰਕੇ ਗੁਰਬਾਣੀ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ। ਜਿੰਨਾ ਵੀ ਆਪਾਂ ਗੁਰਬਾਣੀ ਦਾ ਅਦਬ ਕਰ ਸਕੀਏ ਉਹ ਥੋੜ੍ਹਾ। ਜੀ ਇਹੀ ਗੱਲ ਸੀ ਕਿ ਹੁਣ ਜੇ ਅਸੀਂ ਗੱਲ ਕਰੀਏ ਕਿ ਗੁਰੂ ਸਾਹਿਬ ਨੇ ਆਪਣੇ ਪੁੱਤਰ ਨੂੰ ਕਹਿ ਦਿੱਤਾ ਸੀਗਾ ਕਿ ਤੂੰ ਸਾਡਾ ਪੁੱਤਰ ਨਹੀਂ ਅਤੇ ਅਸੀਂ ਤੁਹਾਡੇ ਪਿਤਾ ਨਹੀਂ ਅਤੇ ਨਾ ਤੁਹਾਡੇ ਅਸੀਂ ਗੁਰੂ ਹਾਂ। ਸੋ ਇੱਥੇ ਤਾਂ ਬਸ ਚੌਧਰਾਂ ਦੇ ਮਾਰੇ ਪਤਾ ਨਹੀਂ ਕੀ ਕਰੀ ਜਾਂਦੇ ਪਏ ਆ। ਸੋ ਖੈਰ ਹੁਣ
ਅਸੀਂ ਜੋ ਆਪਣਾ ਗੱਲਬਾਤ ਦਾ ਵਿਸ਼ਾ ਹੈ ਉਹ ਹੁਣ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦੇਖੋ, ਵੱਲ ਲੈ ਕੇ ਗੁਰੂ ਚੱਲਦੇ ਹਾਂ। ਹਰਿ ਸਾਹਿਬ ਦਾ ਮੈਂ ਬੜੀ ਨਿਮਰਤ, ਮੈਂ ਪਹਿਲਾਂ ਵੀ ਦੱਸਿਆ ਸੀ ਕਿ ਗੁਰੂ ਹਰਿ ਸਾਹਿਬ ਬੜੀ ਨਿਮਰਤਾ ਵਿੱਚ ਜੀ ਔਰ ਦਿਆਲੂ ਬੜੇ ਸੀ ਮਹਾਰਾਜ। ਜੀ ਇਤਿਹਾਸਕਾਰਾਂ ਨੇ ਲਿਖਿਆ ਸੀ ਕਿ ਮਹਾਰਾਜ ਮਾਲਵੇ ਦਾ ਦੌਰਾ ਕਰ ਰਹੇ ਸੀ ਤੇ ਮਹਾਰਾਜ ਕਿਤੇ ਆ ਰਹੇ ਸੀਗੇ ਤਾਂ ਇੱਕ ਕਾਲਾ ਉਹਦਾ ਨਾਂ ਸੀ ਤੇ ਉਹ ਵਿਚਾਰਾ ਆਪਣੇ ਭਤੀਜਿਆਂ ਨੂੰ ਉਂਗਲ ਲਾਈ ਹੋਈ ਤੇ ਉਹ ਜਦੋਂ ਮਹਾਰਾਜ ਆ ਰਹੇ ਸੀ ਤੇ ਉਹ ਬੱਚਿਆਂ ਨੇ ਢਿੱਡ ਵਜਾਉਣਾ ਸ਼ੁਰੂ ਕਰ ਦਿੱਤਾ ਤੇ ਮਹਾਰਾਜ ਪੁੱਛਣ ਲੱਗੇ ਵੀ ਇਹ ਢਿੱਡ ਕਿਉਂ ਵਜਾ ਰਹੇ ਆ। ਉਹ ਕਾਲਾ ਕਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਵੀ ਇਹ ਮੇਰੇ ਭਤੀਜੇ ਆ, ਭੁੱਖੇ ਆ, ਖਾਣ ਨੂੰ ਮੰਗ ਰਹੇ ਆ। ਮਹਾਰਾਜ ਐਡੀ ਨਿਮਰਤਾਈ ਦੇ ਵਿੱਚ ਆ ਗਏ, ਨੇਤਰ ਬੰਦ ਕੀਤੇ, ਕਹਿੰਦੇ ਕਾਲਾ ਜੀ ਇਹ ਤਾਂ ਰਾਜੇ ਮਹਾਰਾਜੇ ਹੋਣਗੇ, ਇਹਨਾਂ ਦੀ ਔਲਾਦ ਰਾਜੇ ਮਹਾਰਾਜੇ ਹੋਣਗੇ। ਮਹਾਰਾਜ ਦਾ ਵਕਤ ਹੋਇਆ ਕਿਉਂਕਿ ਮਹਾਰਾਜ ਦੇ ਮੂੰਹ ਮੁਖਾਰ ਬਿੰਦ ਵਿੱਚੋਂ ਨਿਕਲਿਆ ਹੋਇਆ ਸ਼ਬਦ ਗਲਤ ਨਹੀਂ ਸੀ ਹੋ ਸਕਦਾ। ਔਰ ਉਹਨਾਂ ਦੇ ਫਿਰ ਨਾਭੇ ਪਟਿਆਲੇ ਜੀਂਦ ਦੇ ਰਾਜੇ ਬਣੇ। ਉਹ ਫਿਰ ਕਹਿੰਦੇ ਜਦੋਂ ਕਾਲੇ ਨੇ ਜਾ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਮਹਾਰਾਜ ਨੇ ਅੱਜ ਇਹਨਾਂ ਬੱਚਿਆਂ ਨੂੰ ਵਰ ਦਿੱਤਾ ਰਾਜੇ ਮਹਾਰਾਜਿਆਂ ਦਾ, ਉਹਦੀ ਹੁਣ ਸ਼ਰੀਕਾ ਹੈ ਜੀ। ਉਹ ਕਹਿਣ ਲੱਗੇ ਵੀ ਤੁਸੀਂ ਆਪਣੇ ਬੱਚਿਆਂ ਵਾਸਤੇ ਵੀ ਕੋਈ ਵਰ ਲੈ ਕੇ ਆਓ ਤੇ ਵੀ ਆਪਣੇ ਬੱਚੇ ਫਿਰ ਇਹਨਾਂ ਦੀ ਪ੍ਰਜਾ ਬਣ ਕੇ ਰਹਿਣਗੇ। ਤੇ ਉਹ ਫਿਰ ਕਹਿੰਦੇ ਵੀ ਜਦੋਂ ਫਿਰ ਆਪਣੀ ਪਤਨੀ ਦੇ ਕਹਿਣ ਤੇ ਮਹਾਰਾਜ ਕੋਲ ਆਏ ਤੇ ਉਹਨੇ ਆਪਣੇ ਬੱਚਿਆਂ ਨੂੰ ਸਿਖਾਤਾ ਵੀ ਜਦੋਂ ਮਹਾਰਾਜ ਆਉਣਗੇ ਤੁਸੀਂ ਵੀ ਢਿੱਡ ਵਜਾਉਣਾ ਸ਼ੁਰੂ ਕਰ ਦਿਆ ਜੀ। ਤੇ ਜਦੋਂ ਮਹਾਰਾਜ ਆਏ ਉਹ ਬੱਚੇ ਢਿੱਡ ਵਜਾਉਣ ਲੱਗ ਪਏ। ਮਹਾਰਾਜ ਕਹਿੰਦੇ ਇਹ ਕੌਣ ਹੈ? ਕਹਿੰਦਾ ਮਹਾਰਾਜ ਜਿਨ੍ਹਾਂ ਨੇ ਕੱਲ੍ਹ ਤੁਸੀਂ ਰਾਜੇ ਮਹਾਰਾਜਿਆਂ ਦਾ ਵਰ ਦਿੱਤਾ ਉਹ ਤੇ ਮੇਰੇ ਭਤੀਜੇ ਸੀ ਤੇ ਮੇਰੀ ਪਤਨੀ ਕਹਿੰਦੀ ਵੀ ਸਾਡੇ ਬੱਚੇ ਉਹਨਾਂ ਦੀ ਪ੍ਰਜਾ ਬਣ ਕੇ ਰਹਿਣਗੇ। ਤੇ ਮਹਾਰਾਜ ਫਿਰ ਖੜਾ ਕੇ ਹੱਸੇ ਤੇ ਫਿਰ ਦਇਆ ਦੇ ਘਰ ਵਿੱਚ ਆ ਗਏ। ਕਹਿਣ ਲੱਗੇ ਕਾਲਾ ਜੀ ਵੀ ਉਹ ਤੇ ਹੁਣ ਵਾਰ ਉਹਨਾਂ ਨੂੰ ਮਿਲ ਗਿਆ ਵੀ ਇਹ ਬੱਚੇ ਜਿਹੜੇ ਆ ਜੇ ਤੁਸੀਂ ਚਾਹੁੰਦੇ ਆ ਨਾ ਇਹਨਾਂ ਦੇ ਵੀ ਘੋੜੇ ਜਮਨਾ ਤੱਕ ਪਾਣੀ ਪੀਆ ਕਰਨਗੇ ਔਰ ਕਿਸੇ ਨੂੰ ਟੈਕਸ ਨਹੀਂ ਦੇਣਗੇ। ਔਰ ਮਹਾਰਾਜ ਦਾ ਵਾਕਸਾਤ ਹੋਇਆ ਅੱਜ ਤੱਕ ਉਹਨਾਂ ਦੀ ਔਲਾਦ ਕਿਸੇ ਦੀ ਵੀ ਪ੍ਰਜਾ ਆਈ ਹੈ, ਕਿਸੇ ਦੀ ਵੀ ਰਾਜਾ ਆਇਆ, ਉਹਨੂੰ ਕਦੀ ਉਹਨਾਂ ਨੇ ਟੈਕਸ ਨਹੀਂ ਦਿੱਤਾ। ਠੀਕ ਹੈ ਜੀ, ਇਹ ਮਹਾਰਾਜ ਦੇ ਕੌਤਕ ਹੈ ਗੁਰੂ ਹਰਿ ਸਾਹਿਬ। ਸੋ ਗੁਰੂ ਸਾਹਿਬ ਦੇ ਬਚਨ ਜਿਹੜੇ ਨੇ ਜੀ ਉਹ ਸੰਗਤਾਂ ਨੂੰ ਨਿਹਾਲ ਕਰਦੇ ਨੇ। ਔਰ ਮੇਰੇ ਹਿਸਾਬ ਦੇ ਨਾਲ ਜੇ ਅਸੀਂ ਗੁਰ ਇਤਿਹਾਸ ਬਾਰੇ ਝਾਤ ਪਾਈਏ ਤੇ ਗੁਰ ਇਤਿਹਾਸ ਭਰਿਆ ਪਿਆ ਇੱਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇ ਨਾਲ, ਬਹੁਤ ਸਾਰੀਆਂ ਜਿਹੜੀਆਂ ਸਾਖੀਆਂ ਨੇ ਉਹ ਗੁਰ ਇਤਿਹਾਸ 'ਚ ਗੁਰੂ ਸਾਹਿਬ ਦੇ ਜੀਵਨ ਨਾਲ ਜੁੜੀਆਂ ਹੋਈਆਂ, ਜਿੱਥੇ ਗੁਰੂ ਸਾਹਿਬ ਨੇ ਬੇਅੰਤ ਵਰ ਦਿੱਤੇ ਨੇ। ਗੱਲ ਯਾਦ ਆ ਗਈ, ਕੋਈ ਸਿੱਖਾਂ ਨੇ ਗੁਰੂ ਹਰਿ ਸਾਹਿਬ ਨੂੰ ਪੁੱਛਿਆ ਮਹਾਰਾਜ ਵੀ ਆਪਾਂ ਰੋਜ਼ ਬਾਣੀ ਪੜ੍ਹਦੇ ਹਾਂ, ਇਹਦਾ ਪੜ੍ਹਨ ਦਾ ਵੀ ਰੋਜ਼ ਬਾਣੀ ਪੜ੍ਹਨ ਦਾ ਵੀ ਕੀ ਮਤਲਬ ਹੈ ਜੀ, ਤੇ ਵੀ ਇਹ ਕੋਈ ਅਸਰ ਕਰਦੀ ਵੀ ਹੈ ਸਾਡੇ ਉੱਤੇ ਕਿ ਨਹੀਂ। ਮਹਾਰਾਜ ਨੇ ਕਿਹਾ ਫਿਰ ਕਦੀ ਉੱਤਰ ਦਿਆਂਗੇ। ਤੋ ਇੱਕ ਦਿਨ ਮਹਾਰਾਜ ਸ਼ਿਕਾਰ ਖੇਡਣ ਨਿਕਲੇ। ਵੈਸੇ ਮਹਾਰਾਜ ਕੋਈ 2200 ਘੋੜਸਵਾਰ ਸੀ ਜੀ, ਇਹ ਵੱਖਰੀ ਗੱਲ ਹੈ ਕਿ ਮਹਾਰਾਜ ਨੇ ਜੰਗ ਕੋਈ ਨਹੀਂ ਲੜਿਆ। ਤੋ ਇੱਕ ਦਿਨ ਜਾ ਰਹੇ ਸੀ ਤੇ ਸਿੱਖ ਵੀ ਨਾਲ ਸੀ ਤੇ ਮਹਾਰਾਜ ਨੇ ਇੱਕ ਥਾਂ ਤੇ ਘੋੜਾ ਰੋਕਿਆ ਤੇ ਇੱਕ ਸਿੱਖ ਨੂੰ ਕਹਿੰਦੇ ਵੀ ਉਹ ਠੀਕਰੀ ਫੜ ਕੇ ਲਿਆ। ਉਹ ਠੀਕਰੀ ਫੜ ਕੇ ਲਿਆਇਆ। ਮਹਾਰਾਜ ਕਹਿੰਦੇ ਵੀ ਦੱਸੋ ਵੀ ਇਹ ਠੀਕਰੀ ਕਾਹਦੀ ਹੈ? ਉਹ ਕਹਿੰਦੇ ਮਹਾਰਾਜ ਵੀ ਇਹ ਲੱਗਦਾ ਵੀ ਇਹਦੇ ਵਿੱਚ ਕੋਈ ਘਿਓ ਵਾਲੀ ਚੀਜ਼ ਪਾਈ ਹੋਵੇਗੀ, ਠੰਡਿਆਈ ਵਾਲੀ ਚੀਜ਼ ਹੈ। ਤੇ ਮਹਾਰਾਜ ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗਾ? ਤੇ ਉਹ ਕਹਿੰਦੇ ਜੀ ਵੀ ਠੀਕਰੀ ਤੋਂ ਪਤਾ ਲੱਗਦਾ ਪਿਆ ਵੀ ਇਹਦੇ ਵਿੱਚ ਕੋਈ ਘਿਓ ਪਿਆ ਹੋਵੇਗਾ, ਵੀ ਉਹ ਫਿਰ ਠੰਡਿਆਈ ਬਣੀ। ਮਹਾਰਾਜ ਕਹਿੰਦੇ ਵੀ ਜੇ ਘਿਓ ਆਪਣੀ ਠੰਡਿਆਈ ਛੱਡ ਸਕਦਾ ਹੈ ਕਿ ਜਿਹੜੀ ਤੁਸੀਂ ਬਾਣੀ ਪੜ੍ਹਦੇ ਹੋ, ਕੀ ਉਹ ਬਾਣੀ ਤੁਹਾਡੇ ਦਿਲਾਂ 'ਤੇ ਅਸਰ ਨਹੀਂ ਕਰਦੀ ਹੋਵੇਗੀ? ਸੋ ਮਹਾਰਾਜ ਨੇ ਬੜੇ ਤਰੀਕੇ ਦੇ ਨਾਲ ਸਮਝਾਇਆ ਕਿ ਬਾਣੀ ਪੜ੍ਹਨ ਦੇ ਨਾਲ ਤੁਹਾਡਾ ਮਨ ਕਿਵੇਂ ਸੁਧਰਦਾ ਹੈ, ਕਿਵੇਂ ਤੁਹਾਡੇ ਸਾਫ਼ ਹੁੰਦਾ ਹੈ। ਸੋ ਇਹ ਮਹਾਰਾਜ ਦੇ ਅਨੋਖੇ ਚੋਜ ਸੀ। ਗੁਰੂ ਸਾਹਿਬ ਮੌਕਾ ਜਿਹੜਾ ਸੀਗਾ ਉਹ ਮੌਕੇ ਦੇ ਹਿਸਾਬ ਦੇ ਨਾਲ ਸੰਗਤਾਂ ਨੂੰ ਉਪਦੇਸ਼ ਜਿਹੜਾ ਜੀ। ਸੋ ਹੁਣ ਅਸੀਂ ਚੱਲਦੇ ਹਾਂ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਜੀਵਨ ਬਾਰੇ। ਪਰ ਜਾਣ ਤੋਂ ਪਹਿਲਾਂ ਅਸੀਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਅਸੀਂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਜੀਵਨ ਬਾਰੇ ਔਰ ਗੁੱਤਾ ਗੱਦੀ ਦੇ ਬਾਰੇ ਗੱਲਬਾਤ ਕਰਾਂਗੇ। ਬੈਸਟ ਬਾਏ ਫਰਨੀਚਰ ਤੇ ਅਸੀਂ ਕੁਝ ਅਨੋਖਾ ਸੋਚਦੇ ਹਾਂ ਤੇ ਵੱਖਰਾ ਬਣਾਉਂਦੇ ਹਾਂ। ਤੁਹਾਡੇ ਸੁਪਨਿਆਂ ਦੇ ਮਹਿਲ ਲਈ ਫਰਨੀਚਰ ਦੀ ਇੱਕ ਅਜਿਹੀ ਕਲੈਕਸ਼ਨ ਜੋ ਤੁਹਾਨੂੰ ਕਿਤੇ ਹੋਰ ਨਹੀਂ ਮਿਲੇਗੀ। ਸ਼ਾਨਦਾਰ, ਮਜ਼ਬੂਤ ਤੇ ਆਰਾਮਦਾਇਕ ਫਰਨੀਚਰ, ਜ਼ਿੰਦਗੀ ਦੇ ਆਰਾਮਦਾਇਕ ਪਲਾਂ ਲਈ। Best Buy Furniture, the perfect homemaker. Finance available for 6 months with 0% interest. Call 403-250-6661.
403 250 6661। ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਸਾਡੇ ਸ਼ੋਅ 1 ਆਵਰ ਦੇ ਵਿੱਚ। ਸਾਡੇ ਨਾਲ ਅੱਜ ਮੌਜੂਦ ਨੇ ਪੰਥ ਦੇ ਮਹਾਨ ਢਾਡੀ ਕੁਲਜੀਤ ਸਿੰਘ ਜੀ ਦਿਲਬਰ, ਜੋ ਕਿ ਪੰਥ ਦੇ ਮਹਾਨ ਢਾਡੀ ਦਇਆ ਸਿੰਘ ਦਿਲਬਰ ਜੀ ਦੇ ਸਪੁੱਤਰ ਨੇ। ਔਰ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਗੁਰ ਇਤਿਹਾਸ ਬਾਰੇ। ਸਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੁਰ ਇਤਿਹਾਸ ਬਾਰੇ ਜਾਣਕਾਰੀ ਦੇ ਰਹੇ ਨੇ। ਔਰ ਸਾਡੇ ਜੀਵਨ ਦੇ ਵਿੱਚ ਇੱਕ ਜੋ ਸਿੱਖਿਆਵਾਂ ਦੀ ਕਮੀ ਆ ਉਹ ਸਾਨੂੰ ਇਸ ਸਾਰੇ ਗੁਰ ਇਤਿਹਾਸ 'ਚੋਂ ਮਿਲਦੀਆਂ ਪਈਆਂ ਆ। ਸੋ ਅਸੀਂ ਗੁਰੂ ਸਾਹਿਬ 7ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਜੀ ਦੇ ਜੀਵਨ ਬਾਰੇ, ਉਹਨਾਂ ਦੇ ਜੋਤੀ ਜੋਤ ਸਮਾਉਣ ਤੱਕ ਜਿਹੜੇ ਸਾਖੀਆਂ ਸਨ ਉਹਨਾਂ ਦੇ ਜੀਵਨ ਨਾਲ ਜੁੜੀਆਂ ਹੋਈਆਂ ਉਹ ਸੁਣੀਆਂ। ਹੁਣ ਅਸੀਂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਜੋ ਕਿ ਸਾਡੇ ਪੰਥ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਗੁਰੂ ਹੋਏ ਨੇ ਔਰ ਸਭ ਤੋਂ ਘੱਟ ਸਮਾਂ ਜੋ ਉਹ ਗੁਰਤਾ ਗੱਦੀ 'ਤੇ ਰਹੇ ਨੇ, ਉਹਨਾਂ ਦੇ ਜੀਵਨ ਬਾਰੇ ਅਸੀਂ ਗਿਆਨੀ ਜੀ ਤੋਂ ਜਾਣਕਾਰੀ ਹਾਸਲ ਕਰਾਂਗੇ। ਸੋ ਆਓ ਅਸੀਂ ਇਹ ਗੱਲਬਾਤ ਦਾ ਸਿਲਸਿਲਾ ਅੱਗੇ ਤੋਰੀਏ ਅਤੇ ਗੁਰੂ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰੀਏ। ਸੋ ਗਿਆਨੀ ਜੀ, ਜੇ ਅਸੀਂ ਜਿਸ ਤਰ੍ਹਾਂ ਮੈਂ ਦੱਸਿਆ ਹੈ ਕਿ ਗੁਰੂ ਸਾਹਿਬ ਸਭ ਤੋਂ ਛੋਟੀ ਉਮਰ ਦੇ ਜਿਹੜੇ ਗੁਰੂ ਹੋਏ ਨੇ ਔਰ ਇਸ ਤੋਂ ਇਲਾਵਾ ਸਭ ਤੋਂ ਥੋੜ੍ਹਾ ਸਮਾਂ ਉਹਨਾਂ ਨੇ ਗੁਰਤਾ ਗੱਦੀ 'ਤੇ ਜੋ ਵਿਰਾਜਮਾਨ ਹੋਏ ਨੇ, ਉਹ ਦੇਖੋ ਜਦੋਂ ਬਾਬਾ ਰਾਮ ਰਾਏ ਨੇ ਗੁਰਬਾਣੀ ਦੀ ਤੁਕ ਬਦਲੀ ਜੀ ਅਤੇ ਸ਼੍ਰੀ ਗੁਰੂ ਹਰਿਰਾਏ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਸਾਡੇ ਪੁੱਤਰ ਰਾਮ ਰਾਏ ਨੇ ਬਹੁਤ ਵੱਡਾ ਕਹਿਰ ਕੀਤਾ, ਉਹਨਾਂ ਨੇ ਸਕੇ ਪੁੱਤਰ ਦਾ ਤਿਆਗ ਹੀ ਕਰ ਦਿੱਤਾ ਔਰ ਗੁਰਗੱਦੀ ਉਹਨਾਂ ਨੇ 5 ਸਾਲ ਦੇ ਬਾਲਕ ਸ਼੍ਰੀ ਹਰਕ੍ਰਿਸ਼ਨ ਜੀ ਨੂੰ ਦਿੱਤੀ। ਜਿਸ ਦਿਨ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਗੁਰਗੱਦੀ ਉੱਤੇ ਬੈਠੇ ਨੇ, ਉਹਨਾਂ ਦੀ ਉਮਰ 5 ਸਾਲ ਤੇ 3 ਮਹੀਨੇ ਦੀ ਸੀ। ਸ਼੍ਰੀ ਗੁਰੂ ਹਰਕ੍ਰਿਸ਼ਨ, ਮੈਂ ਇੱਕ ਮਿੰਟ ਇਹ ਵੀ ਦੱਸ ਲਵਾਂ, ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ 2 ਸਾਹਿਬਜ਼ਾਦੇ ਸੀ, ਬਾਬਾ ਰਾਮ ਰਾਏ ਔਰ ਸ਼੍ਰੀ ਹਰਕ੍ਰਿਸ਼ਨ ਜੀ, ਔਰ ਇੱਕ ਲੜਕੀ ਵੀ ਸੀ ਉਹਨਾਂ ਦੀ, ਬੀਬੀ ਰੂਪ ਕੌਰ। ਠੀਕ ਹੈ ਜੀ। ਔਰ ਉਹਨਾਂ ਦੀ ਜਵਾਈ ਦਾ ਨਾਂ ਸੀ ਸ਼੍ਰੀ ਖੇਮ ਚੰਦ। ਠੀਕ ਹੈ। ਔਰ ਕਈ ਇਤਿਹਾਸਕਾਰਾਂ ਨੇ ਤੇ ਇਹ ਲਿਖਿਆ ਵੀ ਸ਼੍ਰੀ ਗੁਰੂ ਹਰਿਰਾਏ ਮਹਾਰਾਜ ਜੀ ਦੇ 7 ਮਹਿਲ ਸਨ। ਠੀਕ ਹੈ ਜੀ। ਪਰ ਮੈਂ ਕਈ ਗੱਲਾਂ ਇਤਿਹਾਸ ਵਿੱਚ ਅੱਜ ਖੋਜਣ ਦੀ ਲੋੜ ਹੈ। ਵੈਸੇ ਮਾਤਾ ਕਿਸ਼ਨ ਕੌਰ ਦਾ ਨਾਂ ਮੇਨ ਆਉਂਦਾ ਹੈ। ਠੀਕ ਹੈ ਜੀ। ਤੇ ਕਹਿੰਦੇ ਨੇ ਜਦੋਂ ਗੁਰੂ ਹਰਿਰਾਏ ਸਾਹਿਬ ਨੇ ਕਿਹਾ ਨਾ ਵੀ ਉਸ ਦੁਸ਼ਟ ਰਾਮ ਰਾਏ ਨੂੰ ਕਹੋ ਸਾਡੇ ਮੱਥੇ ਨਾ ਲੱਗੇ ਜੀ, ਤੇ ਮਾਤਾ ਕਿਸ਼ਨ ਕੌਰ ਜੀ ਵਿਰਾਗ ਵਿੱਚ ਆ ਗਏ ਸੀ, ਕਿਉਂਕਿ ਕੋਈ ਵੀ ਮਾਂ ਨਹੀਂ ਚਾਹੁੰਦੀ ਕਿ ਉਹਦਾ ਪੁੱਤਰ ਸਦਾ ਵਾਸਤੇ ਉਹਦੀਆਂ ਅੱਖਾਂ ਤੋਂ ਦੂਰ ਹੋ ਜਾਵੇ ਜੀ, ਕਿਉਂਕਿ ਮਾਂ ਦਾ ਹਿਰਦਾ ਹੀ ਐਸਾ ਹੁੰਦਾ ਹੈ। ਮੈਨੂੰ ਇੱਕ ਪੰਜਾਬੀ ਦੀ ਮਰਹੂਮ ਸ਼ਾਇਰਾ ਅੰਮ੍ਰਿਤਾ ਪ੍ਰੀਤਮ ਦੀਆਂ 2 ਸਤਰਾਂ ਯਾਦ ਆਈਆਂ। ਇੱਕ ਥਾਂ 'ਤੇ ਬੜਾ ਖੂਬਸੂਰਤ ਲਿਖਦੀ ਹੈ, ਉਹ ਕਹਿੰਦੀ ਵੀ ਸੱਚੀ ਪੁੱਛੋ ਤਾਂ ਇਸ ਔਲਾਦ ਬਦਲੇ ਲੱਖਾਂ ਮਮਤਾ ਦਿਲ ਵਿੱਚ ਧਾਰਦੀ ਮਾਂ, ਡੁੱਬੀ ਰਹੇ ਇਸ ਖਿਆਲ ਅੰਦਰ ਸੋਚਾਂ ਦਿਲ ਦੇ ਵਿੱਚ ਵਿਚਾਰਦੀ ਮਾਂ, ਜੇਕਰ ਰੱਬ ਨੇ ਮਾਣੀ ਨੂੰ ਭਾਗ ਲਾਵੇ ਆਉਣਾ ਜੱਗ ਤੇ ਸਫਲ ਚਿਤਾਰਦੀ ਮਾਂ, ਰਿੜਦਾ ਵੇਖ ਕੇ ਖਿੜਦਾ ਏ ਚਿੱਤ ਇਹਦਾ, ਚੁੰਮ ਚੱਟ ਕਲੇਜੇ ਨੂੰ ਠਾਰਦੀ ਮਾਂ, ਖੇਡਣ ਵਾਸਤੇ ਜਰਾ ਕੁ ਤਿਆਰ ਹੋਵੇ ਪਾਪਾ ਕੱਪੜੇ ਮੁੱਖ ਸਵਾਰਦੀ ਮਾਂ, ਖੇਡਣ ਗਿਆ ਜੇ ਜਰਾ ਕੁ ਦੇਰ ਹੋ ਜਾਏ ਬਾਰੀ ਵਿੱਚੋਂ ਦੀ ਝਾਤੀਆਂ ਮਾਰਦੀ ਮਾਂ, ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜਾਵੇ ਮਿਰਚਾਂ ਲੈ ਕੇ ਸਿਰ ਤੋਂ ਵਾਰਦੀ ਮਾਂ, ਸੱਚਾ ਸਾਕ ਇਹ ਹੈ ਆਂਦਰਾਂ ਦਾ ਹੁੰਦੀ ਜੱਗ ਵਿੱਚ ਪੁਤਲੀ ਪਿਆਰ ਦੀ ਮਾਂ। ਔਰ ਮਾਤਾ ਕਿਸ਼ਨ ਕੌਰ ਤੇ ਵਿਰਾਗ ਵਿੱਚ ਆ ਗਏ ਕਿਉਂਕਿ ਮਹਾਰਾਜ ਨੇ ਸਦਾ ਵਾਸਤੇ ਉਹਦਾ ਤਿਆਗ ਕਰ ਦਿੱਤਾ ਜੀ। ਤੇ ਫਿਰ ਗੁਰਗੱਦੀ ਉਹਨਾਂ ਨੇ 5 ਸਾਲ ਦੇ ਬਾਲਕ ਹਰਕ੍ਰਿਸ਼ਨ ਜੀ ਨੂੰ ਦਿੱਤੀ। ਅੱਜ ਸਵਾਲ ਪੈਦਾ ਹੁੰਦਾ, ਵੇਖੋ ਗੁਰੂ 70 ਸਾਲਾਂ ਦਾ ਵੀ ਹੋ ਸਕਦਾ, ਗੁਰੂ 95 ਸਾਲ ਦਾ ਵੀ ਹੋ ਸਕਦਾ, ਗੁਰੂ 103 ਸਾਲ ਦਾ ਵੀ ਹੋ ਸਕਦਾ, ਪਰ ਇੱਥੇ ਸਵਾਲ ਗੁਰੂ ਦਾ ਨਹੀਂ, ਇੱਥੇ ਸਵਾਲ ਹੈ ਗੁਰੂ ਜੋਤ ਦਾ, ਕਿਉਂਕਿ ਗੁਰੂ ਜੋਤ ਹੈ ਜੀ। ਇੱਕ ਚੰਦਨ ਦਾ ਰੁੱਖ ਬੜਾ ਛੋਟਾ ਜਿਹਾ ਹੁੰਦਾ, ਹਾਂਜੀ, ਲੇਕਿਨ ਉਹ ਆਪਣੀ ਖੁਸ਼ਬੂ ਦੇ ਨਾਲ ਸਾਰੇ ਬਨ ਨੂੰ ਮਹਿਕਾ ਦਿੰਦਾ। ਜੀ ਬਿਲਕੁਲ। ਭਾਵੇਂ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਉਮਰ ਵਿੱਚ ਛੋਟੇ ਨੇ, ਲੇਕਿਨ ਉਹਨਾਂ ਦੇ ਚੂਜ ਬੜੇ ਨਿਆਰੇ ਨੇ। ਵੇਖੋ ਤੁਸੀਂ ਰੋਜ਼ ਅਰਦਾਸ ਕਰਦੇ ਜੀ, ਅਰਦਾਸ ਵਿੱਚ ਆਪਾਂ ਰੋਜ਼ ਜ਼ਿਕਰ ਕਰਦੇ ਹਾਂ, ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਕਦੀ ਤੁਸੀਂ ਅਰਦਾਸ ਨੂੰ ਗੌਹ ਦੇ ਨਾਲ ਪੜ੍ਹੋ,
ਇਸ ਅਰਦਾਸ ਵਿੱਚ ਸਾਡੇ ਕੇਵਲ ਤੇ ਕੇਵਲ ਗੁਰੂ ਸਾਹਿਬਾਨ ਦੇ ਨਾਂ ਹੀ ਆਉਂਦੇ ਆ। ਜਿਵੇਂ ਕਿ ਆਪਣੀ ਅਰਦਾਸ ਸ਼ੁਰੂ ਹੁੰਦੀ ਹੈ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਹੁਣ ਵੇਖੋ ਗੁਰੂ ਸਾਹਿਬਾਨ ਦੇ ਨਾਂ ਆ ਰਹੇ ਆ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੋਂ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਤੇ ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਜ਼ਿਕਰ ਆਇਆ, ਮੇਰੇ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੇ ਪੂਰੀ ਇੱਕ ਪੰਕਤੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਸਮਰਪਿਤ ਕੀਤੀ। ਲਿਖਿਆ, ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁੱਖ ਜਾਏ। ਔਰ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਜਿਹੜੀਆਂ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੀਆਂ ਧੀਆਂ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਬੱਚਿਆਂ ਨੂੰ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਨਾਂ ਜਪਾਉਂਦੀਆਂ ਨੇ, ਉਸ ਬੱਚੇ ਦੇ ਲਾਗੇ ਕਦੀ ਦੁੱਖ ਨਹੀਂ ਆ ਸਕਦਾ। ਵਾਹਿਗੁਰੂ। ਔਰ ਮੈਂ ਤੇ ਇਹ ਕਹਿਣਾ ਹੁੰਦਾ, ਸਾਰੀਆਂ ਸੰਗਤਾਂ ਨੂੰ ਅਪੀਲ ਕਰਿਆ ਕਰਦਾ ਕਿ ਭਾਈ ਜਦੋਂ ਸਵੇਰੇ ਉੱਠਦੇ ਹੋ ਨਾ, ਤੇ ਉੱਠਦੇ ਸਾਰ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਯਾਦ ਕਰਿਆ ਕਰੋ। ਕਿਆ ਕਰੋ? ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ। ਤੁਹਾਡੇ ਦੁੱਖ ਕੋਈ ਲਾਗੇ ਆਏਗਾ ਹੀ ਨਹੀਂ। ਤੋ ਇਤਨੀ ਵੱਡੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਸਾਡੇ ਉੱਤੇ ਮਿਹਰ ਕੀਤੀ ਹੈ। ਸੋ ਗੁਰੂ ਹਰਕ੍ਰਿਸ਼ਨ ਮਹਾਰਾਜ ਫਿਰ ਗੁਰਗੱਦੀ ਉੱਤੇ ਬੈਠੇ ਔਰ 5 ਸਾਲ 3 ਮਹੀਨੇ ਦੀ ਉਮਰ ਸੀ ਜਦੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਗੁਰਗੱਦੀ ਉੱਤੇ ਬੈਠੇ। ਸੋ ਗੁਰਤਾ ਗੱਦੀ ਉੱਤੇ ਬੈਠਣ ਤੋਂ ਬਾਅਦ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ, ਛੋਟੇ ਜਿਹੇ ਜੀਵਨ ਦੇ ਵਿੱਚ ਬਹੁਤ ਕੁਛ ਸੰਗਤਾਂ ਨੂੰ ਸਿਖਾਇਆ, ਬਹੁਤ ਕੁਛ ਜਿਹੜਾ ਸੀਗਾ ਉਹ ਪ੍ਰਤੱਖ ਦਿਖਾਇਆ ਜੇ ਅਸੀਂ ਕਹੀਏ ਤੇ ਇਹਦੀ ਇੱਕ ਉਦਾਹਰਨ ਜਿਹੜੀ ਇੱਕ ਸਾਖੀ ਹੈ, ਜਿਹਦੇ ਵਿੱਚ ਛੱਜੂ ਚੀਵਰ ਨੂੰ ਉਹਨਾਂ ਦੇ ਸਿਰ ਦੇ ਉੱਤੇ ਸੋਟੀ ਰੱਖ ਕੇ ਤਾਂ ਇੱਕ ਉਹਨਾਂ ਤੋਂ ਗੀਤਾ ਦੇ ਜੋ ਅਰਥ ਸੀ ਉਹ ਕਰਵਾਏ ਸੀ। ਸੋ ਇਹ ਸਾਖੀ ਵੀ ਇੱਕ ਬਹੁਤ ਕੁਛ ਸੰਗਤਾਂ ਨੂੰ ਸੰਦੇਸ਼ ਦਿੰਦੀ ਆ ਜੀ। ਉਹਦੇ ਬਾਰੇ ਵੀ ਸਾਡੀ ਸੰਗਤਾਂ ਨੂੰ ਜਾਣਕਾਰੀ ਦਿਓ। ਵੇਖੋ, ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਵੈਸੇ ਗੁਰਬਾਣੀ ਦੇ ਉਹ ਵੀ ਬੜੇ ਉਪਾਸ਼ਕ ਸੀ। ਵੈਸੇ ਤਾਂ ਸਾਡੇ ਸਾਰੇ ਗੁਰੂਆਂ ਨੇ ਗੁਰਬਾਣੀ ਦਾ ਬੜਾ ਅਦਬ ਕੀਤਾ, ਸਤਿਕਾਰ ਕੀਤਾ। ਇਤਿਹਾਸਕਾਰਾਂ ਨੇ ਤੇ ਲਿਖਿਆ ਹੈ ਵੀ ਜਿਸ ਪੀੜ੍ਹੇ ਉੱਤੇ ਬੈਠ ਕੇ ਗੁਰੂ ਹਰਕ੍ਰਿਸ਼ਨ ਮਹਾਰਾਜ ਬਾਣੀ ਪੜ੍ਹਿਆ ਕਰਦੇ ਸੀ ਨਾ, ਬਾਣੀ ਜਦੋਂ ਪੜ੍ਹਦੇ ਹੁੰਦੇ ਸੀ ਤਾਂ ਉਹ ਜਿਹੜੇ ਪਾਵੇ ਸੀ ਮੋਮ ਹੋ ਜਾਂਦੇ ਸੀ। ਯਾਨੀ ਕਿ ਬਾਣੀ ਪੜ੍ਹਦਿਆਂ ਉਹ ਪਾਵੇ ਮੋਮ ਹੋ ਜਾਇਆ ਕਰਦੇ ਸੀ। ਤੁਸੀਂ ਅੰਦਾਜ਼ਾ ਲਾਓ ਵੀ ਗੁਰੂ ਹਰਕ੍ਰਿਸ਼ਨ ਮਹਾਰਾਜ ਜਦੋਂ ਬਾਣੀ ਪੜ੍ਹਦੇ ਹੋਣਗੇ ਕਿੰਨੀ ਦ੍ਰਿੜਤਾ ਦੇ ਵਿੱਚ ਆਉਂਦੇ ਹੋਣਗੇ। ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਿੱਲੀ ਦੀਆਂ ਸੰਗਤਾਂ ਨੇ ਚਿੱਠੀ ਲਿਖੀ ਵੀ ਮਹਾਰਾਜ ਵੀ ਬਾਬਾ ਰਾਮ ਰਾਏ ਅੱਜ ਵੀ ਔਰੰਗਜ਼ੇਬ ਦੇ ਦਰਬਾਰ ਵਿੱਚ ਸਾਜ਼ਿਸ਼ਾਂ ਘੜ ਰਿਹਾ ਵੀ ਤੁਸੀਂ ਸਾਡੀ ਬੇਨਤੀ ਨੂੰ ਮੰਨੋ ਤੇ ਤੁਸੀਂ ਦਿੱਲੀ ਆਓ। ਦਿੱਲੀ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਗਏ ਆ ਜੀ। ਦਿੱਲੀ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਵੀ ਗਏ। ਦਿੱਲੀ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਵੀ ਗਏ। ਦਿੱਲੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੀ ਗਏ। ਦਿੱਲੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਗਏ। ਸਾਡੀ ਰਾਜ ਮਾਤਾ ਸੁੰਦਰੀ ਜੀ ਇਹ 40 ਸਾਲ ਦਿੱਲੀ ਦੇ ਵਿੱਚ ਰਹੇ ਨੇ। ਦਿੱਲੀ ਦੇ ਨਾਲ ਸਿੱਖ ਕੌਮ ਦਾ ਬੜਾ ਡੂੰਘਾ ਸੰਬੰਧ ਹੈ ਜੀ। ਪਰ ਦੁੱਖ ਇਸ ਗੱਲ ਦਾ ਹੈ ਕਿ ਉਸ ਦਿੱਲੀ ਦੇ ਵਿੱਚ ਜੋ ਸਾਡੇ ਨਾਲ ਹੋਇਆ ਉਹ ਬੜਾ ਦੁਖਦਾਈ ਹੈ ਜੀ। ਖੈਰ ਮੈਂ ਇਸ ਵਿਸ਼ੇ ਵੱਲ ਨਾ ਜਾਵਾਂ। ਮੈਂ ਜ਼ਿਕਰ ਕਰਦਾ ਸੀ ਕਿ ਜਦੋਂ ਸੰਗਤਾਂ ਨੇ ਕਿਹਾ ਵੀ ਮਹਾਰਾਜ ਤੁਸੀਂ ਦਿੱਲੀ ਆਓ, ਤੇ ਮਹਾਰਾਜ ਨੇ ਮਾਤਾ ਕਿਸ਼ਨ ਕੌਰ ਜੀ ਨਾਲ ਵਿਚਾਰ ਕੀਤੀ, ਮਸੰਦਾ ਨਾਲ ਵਿਚਾਰ ਕੀਤੀ ਤੇ ਮਹਾਰਾਜ ਨੇ ਫਿਰ ਦਿੱਲੀ ਤਿਆਰੀ ਕੀਤੀ। ਪਹਿਲਾ ਪੜਾਅ ਮੇਰੇ ਹਜ਼ੂਰ ਨੇ ਰੋਪੜ ਵਿੱਚ ਕੀਤਾ ਜੀ। ਉਸ ਤੋਂ ਅੱਗੇ ਮੇਰੇ ਹਜ਼ੂਰ ਫਿਰ ਰਾਜਪੁਰਾ ਪਹੁੰਚੇ, ਫਿਰ ਬਨੂੜ ਪਹੁੰਚੇ, ਫਿਰ ਮਹਾਰਾਜ ਅੰਬਾਲੇ ਪਹੁੰਚੇ। ਅੰਬਾਲੇ ਤੋਂ 4 ਕਿਲੋਮੀਟਰ ਦੀ ਦੂਰੀ ਉੱਤੇ ਇੱਕ ਨਗਰ ਹੈ ਪੰਜੋਖਰਾ। ਠੀਕ ਹੈ ਜੀ। ਉੱਥੇ ਮਹਾਰਾਜ ਸੰਗਤਾਂ ਨੂੰ ਉਪਦੇਸ਼ ਕਰਕੇ ਤੁਰਨ ਹੀ ਲੱਗੇ ਸੀ ਤਾਂ ਇੱਕ ਸਿੱਖ ਨੇ ਆਣ ਕੇ ਖਬਰ ਕੀਤੀ, ਕਹਿੰਦੇ ਵੀ ਮਹਾਰਾਜ ਵੀ ਕਾਬਲ ਦੀ ਸੰਗਤ ਆ ਰਹੀ ਹੈ, ਉਹ ਤੁਹਾਡੇ ਦਰਸ਼ਨ ਕਰਨਾ ਚਾਹੁੰਦੀ ਹੈ। ਤੇ ਮਹਾਰਾਜ ਨੇ ਕਿਹਾ ਵੀ ਫਿਰ ਆਲੀਸ਼ਾਨ ਤੰਬੂ ਗੱਡ ਦਿਓ, ਇੱਥੇ ਆਪਾਂ ਕੁਛ ਸਮਾਂ ਕੀਰਤਨ ਗੁਰਬਾਣੀ ਦਾ ਕਰਦੇ ਹਾਂ, ਗੁਰਮਤਿ ਉੱਤੇ ਵਿਚਾਰਾਂ ਕਰਦੇ ਹਾਂ। ਸੋ ਉਧਰੋਂ ਸੰਗਤਾਂ ਆ ਰਹੀਆਂ ਸੀ, ਇੱਧਰ ਮਹਾਰਾਜ ਨੇ ਤੰਬੂ ਲਾ ਲਿਆ। ਤੇ ਜਦੋਂ ਕਹਿੰਦੇ ਨੇ ਸਵੇਰੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ, ਤੋਂ ਇੱਕ ਪੰਡਤ ਸੀ, ਉਹਦਾ ਨਾਂ ਇਤਿਹਾਸਕਾਰਾਂ ਨੇ ਲਾਲ ਚੰਦ ਲਿਖਿਆ। ਉਹ ਅੰਮ੍ਰਿਤ ਵੇਲੇ ਇੱਦਾਂ ਜਾ ਰਿਹਾ ਸੀ ਤੇ ਉਹਦੇ ਕੰਨਾਂ ਵਿੱਚ ਜਦੋਂ
ਗੁਰਬਾਣੀ ਦੀਆਂ ਤੁਕਾਂ ਸੁਣਾਈ ਦਿੱਤੀਆਂ ਤਾਂ ਇੱਕ ਤੁਰੇ ਜਾਂਦੇ ਰਾਹੀ ਨੂੰ ਨੇ ਪੁੱਛਿਆ ਵੀ ਇਹ ਆਵਾਜ਼ ਕਿੱਥੋਂ ਆ ਰਹੀ ਹੈ। ਉਹ ਕਹਿੰਦਾ ਵੀ ਇੱਥੇ ਗੁਰੂ ਨਾਨਕ ਦੀ 8ਵੀਂ ਜੋਤ ਸ਼੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਸੁਭਾਇਮਾਨ ਨੇ। ਉਹਨੇ ਬੜਾ ਹੈਰਾਨੀਜਨਕ ਪੁੱਛਿਆ ਵੀ ਕੀ ਗੁਰੂ ਦਾ ਨਾਂ ਦੱਸਿਆ। ਉਹ ਕਹਿੰਦਾ ਜੀ ਗੁਰੂ ਹਰਕ੍ਰਿਸ਼ਨ ਜੀ। ਕਹਿੰਦਾ ਵੀ ਉਮਰ ਕਿੰਨੀ ਹੈ। ਕਹਿੰਦਾ ਜੀ ਉਮਰ ਤੇ ਕੋਈ ਖਾਸ ਨਹੀਂ, ਵੀ ਮੇਰੇ ਹਿਸਾਬ ਨਾਲ ਤੇ 6-7 ਸਾਲ ਦੇ ਹੋਣਗੇ। ਹੁਣ ਪੰਡਤ ਦਾ ਅੰਦਰੋਂ ਹੰਕਾਰ ਬੋਲਿਆ ਵੀ ਅਸੀਂ 12-12 ਸਾਲ ਜਾ ਕੇ ਕਾਸ਼ੀ 'ਚ ਵਿੱਦਿਆ ਪੜ੍ਹੀ, ਫਿਰ ਜਾ ਕੇ ਸਾਨੂੰ ਕਿਤੇ ਆਚਾਰੀਆ ਦੀ ਡਿਗਰੀ ਮਿਲੀ, ਤੇ ਆਹ ਇਹਦੇ ਵੱਡੇ ਵਡੇਰਿਆਂ ਨੇ ਇਹਨੂੰ ਸੋਚ ਕੇ ਕੀ ਗੁਰਗੱਦੀ ਦੇ ਦਿੱਤੀ ਹੈ। ਠੀਕ ਹੈ। ਕਹਿੰਦਾ ਵੀ ਚਲੋ ਗੁਰੂ ਖਵਾਉਂਦਾ ਵੀ ਚਲੋ ਦੇਖਦੇ ਹਾਂ, ਦਰਸ਼ਨ ਕਰਦੇ ਹਾਂ। ਇਹ ਕਹਿੰਦੇ ਵੀ ਐਡੇ ਹੰਕਾਰੇ ਹੋਏ ਮਨ ਦੇ ਨਾਲ ਮਹਾਰਾਜ ਨੂੰ ਮਿਲਣ ਆਇਆ। ਇਹਨੇ ਮਹਾਰਾਜ ਨੂੰ ਕੋਈ ਨਮਸਕਾਰ ਨਹੀਂ ਕੀਤੀ, ਕੋਈ ਸਜਦਾ ਨਹੀਂ ਕੀਤਾ, ਕੋਈ ਸਿਰ ਨਹੀਂ ਝੁਕਾਇਆ। ਇਹਨੇ ਹੰਕਾਰ ਵਿੱਚ ਆਣ ਕੇ ਇੱਕ ਸਵਾਲ ਕੀਤਾ। ਕਹਿੰਦਾ ਜੀ ਵੀ ਮੈਨੂੰ ਪਤਾ ਲੱਗਾ ਵੀ ਤੁਹਾਡਾ ਨਾਂ ਹੈ ਗੁਰੂ ਹਰਕ੍ਰਿਸ਼ਨ। ਮਹਾਰਾਜ ਕਹਿੰਦੇ ਤੁਸੀਂ ਨੇ ਠੀਕ ਸੁਣਿਆ, ਪਰ ਕਹਿੰਦਾ ਸਾਡੇ ਦੁਆਪਰ ਵਿੱਚ ਇੱਕ ਕ੍ਰਿਸ਼ਨ ਹੋਏ ਸੀ, ਉਹਨਾਂ ਦੇ ਗੀਤਾ ਉਚਾਰੀ ਸੀ। ਤੇ ਕਹਿੰਦਾ ਚਲੋ ਤੁਸੀਂ ਗੀਤਾ ਤੇ ਕੀ ਉਚਾਰਨੀ ਹੈ ਤੇ ਤੁਸੀਂ ਗੀਤਾ ਦੇ ਅਰਥ ਕਰਕੇ ਦੱਸ ਦਿਓ, ਕਿਉਂਕਿ ਤੁਹਾਡਾ ਨਾਂ ਹੈ ਹਰਕ੍ਰਿਸ਼ਨ, ਕ੍ਰਿਸ਼ਨ ਤੋਂ ਵੀ ਵੱਡੇ। ਠੀਕ ਹੈ ਜੀ। ਗੁਰੂ ਹਰਕ੍ਰਿਸ਼ਨ ਮਹਾਰਾਜ ਮੁਸਕਰਾਏ, ਕਹਿਣ ਲੱਗੇ ਪੰਡਤ ਜੀ ਵੀ ਜੇ ਅਸਾਂ ਨੇ ਗੀਤਾ ਦੇ ਸਲੋਕਾਂ ਦੇ ਅਰਥ ਕਰ ਵੀ ਦਿੱਤੇ ਤੇ ਤੁਹਾਡੇ ਮਨ ਦੀ ਤੇ ਤ੍ਰਿਪਤੀ ਫਿਰ ਵੀ ਨਹੀਂ ਹੋਣੀ। ਤੁਸਾਂ ਨੇ ਕਹਿਣਾ ਹੈ ਇਹ ਤਾਂ ਵੱਡੇ ਘਰਾਂ ਦੇ ਬੱਚੇ ਨੇ, ਸੋਢੀਆਂ ਦੇ ਬੱਚੇ ਨੇ, ਇਹਨਾਂ ਦੇ ਮਾਪਿਆਂ ਨੇ ਇਹਨਾਂ ਨੂੰ ਵੇਦ ਗ੍ਰੰਥ ਪੜ੍ਹਾਏ ਹੋਏ ਆ ਜੀ। ਵੀ ਇਸ ਤਰ੍ਹਾਂ ਕਰੋ, ਤੁਸੀਂ ਆਪਣੀ ਮਰਜ਼ੀ ਦਾ ਕੋਈ ਮਨੁੱਖ ਲੈ ਕੇ ਆਓ। ਇਹ ਪੰਡਤ ਕਹਿੰਦਾ ਠੀਕ ਹੈ ਜੀ। ਹੁਣ ਇਹ ਪਿੰਡੋਂ ਜਦੋਂ ਨਿਗਾਹ ਮਾਰਨ ਨਿਕਲਿਆ, ਉੱਥੇ ਇੱਕ ਬੋਹੜ ਦਾ ਰੁੱਖ ਹੈ ਪਿੰਡ, ਉਹ ਅੱਜ ਵੀ ਬੋਹੜ ਦਾ ਰੁੱਖ ਉਸ ਪਿੰਡ ਵਿੱਚ ਮੌਜੂਦ ਹੈ। ਠੀਕ ਹੈ ਜੀ। ਉੱਥੇ ਇੱਕ ਬੈਠਾ ਮਨੁੱਖ, ਉਹਦਾ ਨਾਂ ਇਤਿਹਾਸਕਾਰਾਂ ਨੇ ਲਿਖਿਆ ਵੀ ਛੱਜੂ ਚੀਵਰ। ਉਹ ਚੀਵਰ ਜਾਤ ਦਾ ਸੀ, ਛੱਜੂ ਰਾਮ ਉਹਦਾ ਨਾਂ ਸੀ। ਉਹ ਗੂੰਗਾ ਸੀ, ਬਹਿਰਾ ਸੀ, ਮੂਰਖ ਸੀ, ਗਵਾਰ ਸੀ, ਉਹਨੂੰ ਪਤਾ ਹੀ ਨਹੀਂ ਸੀ ਦੁਨੀਆ ਵਸਦੀ ਕਿੱਥੇ ਆ। ਜਦੋਂ ਪੰਡਤ ਨੇ ਉਹ ਛੱਜੂ ਰਾਮ ਨੂੰ ਵੇਖਿਆ ਤੇ ਖੇੜਖੜਾ ਕੇ ਹੱਸ ਪਿਆ। ਕਹਿੰਦਾ ਵੀ ਇੱਕ ਤੇ ਉਹ ਨਿੱਕਾ ਜਿਹਾ ਗੁਰੂ, ਤੇ ਇੱਕ ਆ ਜਿਹੜਾ ਬੋਲ ਨਹੀਂ ਸਕਦਾ, ਸੁਣ ਨਹੀਂ ਸਕਦਾ, ਇਹਨੇ ਗੀਤਾ ਦੇ ਅਰਥ ਕੀ ਕਰਨੇ ਆ। ਚਲੋ ਉਸ ਗੁਰੂ ਦਾ ਮਜ਼ਾਕ ਉਡਾਈਏ। ਬਾਂਹ ਤੋਂ ਫੜਿਆ, ਇੱਕ ਘਸੀੜਦਾ ਮਹਾਰਾਜ ਦੇ ਦਰਬਾਰ 'ਚ ਲੈ ਗਿਆ। ਤੇ ਹੁਣ ਪਿੰਡ ਦੇ ਤਮਾਸ਼ਬੀਨ ਵੀ ਤੁਰ ਪਏ ਨਾਲ ਵੀ ਦੇਖੀਏ ਹੁਣ ਕੀ ਬਣਦਾ। ਤੇ ਜਦੋਂ ਮਹਾਰਾਜ ਦੇ ਦਰਬਾਰ ਵਿੱਚ ਆਏ ਤੇ ਕਹਿੰਦਾ ਜੀ ਇਹਦੇ ਕੋਲੋਂ ਮੈਨੂੰ ਅਰਥ ਕਰਾ ਕੇ ਦੱਸੋ। ਮਹਾਰਾਜ ਨੇ ਮਸੰਦਾਂ ਨੂੰ ਸੱਦਿਆ, ਕਹਿੰਦੇ ਵੀ ਛੱਜੂ ਰਾਮ ਨੂੰ ਇਸ਼ਨਾਨ ਕਰਵਾਓ, ਇਹਨੂੰ ਸੁੰਦਰ ਬਸਤਰ ਪਹਿਨਾਓ, ਫਿਰ ਇਹਨੂੰ ਗੁਰੂ ਨਾਨਕ ਦੀ ਸੰਗਤ 'ਚ ਲੈ ਕੇ ਆਓ। ਇਸ਼ਨਾਨ ਕਰਵਾਇਆ, ਸੁੰਦਰ ਬਸਤਰ ਪਹਿਨਾਏ ਤੇ ਮਹਾਰਾਜ ਦੇ ਦਰਬਾਰ 'ਚ ਜਦੋਂ ਲਿਆਂਦਾ ਤੇ ਮਹਾਰਾਜ ਨੇ ਆਪਣੇ ਤਖਤ ਦੇ ਨਾਲ ਇੱਕ ਚੰਦਨ ਦੀ ਚੌਕੀ ਉੱਤੇ ਉਸ ਨੂੰ ਬਿਠਾ ਲਿਆ। ਬਾਲਾ ਪ੍ਰੀਤਮ ਬਾਲ ਗੁਰੂ ਹਰਕ੍ਰਿਸ਼ਨ ਮਹਾਰਾਜ ਹੱਥ ਵਿੱਚ ਇੱਕ ਨਾ ਛੋਟੀ ਜਿਹੀ ਛਟੀ ਰੱਖਦੇ ਸੀ ਤੇ ਮਹਾਰਾਜ ਦਇਆ ਦੇ ਘਰ ਵਿੱਚ ਆ ਗਏ। ਮਹਾਰਾਜ ਨੇ ਉਹ ਛਟੀ ਉਹ ਛੱਜੂ ਰਾਮ ਚੀਵਰ ਦੇ ਸਿਰ ਉੱਤੇ ਰੱਖੀ ਤੇ ਨਾਲ ਹੀ ਮਹਾਰਾਜ ਨੇ ਮੂਲ ਮੰਤਰ ਦਾ ਉਚਾਰਨ ਕੀਤਾ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਕਹਿ ਕੇ ਉਹਨਾਂ ਨੇ ਪੰਡਤ ਜੀ ਤੇ ਨਿਗਾਹ ਮਾਰੀ। ਕਹਿੰਦੇ ਪੰਡਤ ਜੀ ਗੀਤਾ ਦਾ ਕੋਈ ਸ਼ਲੋਕ ਬੋਲੋ। ਇਹ ਪੰਡਤ ਨੇ ਤੇ ਆਪਣੇ ਵੱਲੋਂ ਗੀਤਾ ਦਾ ਔਖੇ ਤੋਂ ਔਖਾ ਸ਼ਲੋਕ ਬੋਲਿਆ, ਪਰ ਜਦੋਂ ਕਹਿੰਦੇ ਨੇ ਵੀ ਉਹਨੇ ਸ਼ਲੋਕ ਬੋਲਿਆ, ਉਹ ਛੱਜੂ ਰਾਮ ਚੀਵਰ ਜਿਹੜਾ ਬੋਲ ਨਹੀਂ ਸੀ ਸਕਦਾ, ਸੁਣ ਨਹੀਂ ਸੀ ਸਕਦਾ, ਉਹਦੇ ਫਿਰ ਐਸੇ ਕਪਾਟ ਖੁੱਲੇ। ਉਹਨੇ ਫਿਰ ਗੀਤਾ ਦੇ ਸ਼ਲੋਕਾਂ ਦੇ ਐਸੇ ਅਰਥ ਕੀਤੇ, ਉਹ ਪੰਡਤ ਮੂੰਹ ਵਿੱਚ ਉਂਗਲਾਂ ਪਾ ਕੇ ਵੇਖਦਾ ਰਹਿ ਗਿਆ। ਫਿਰ ਉਹ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਚਰਨਾਂ ਉੱਤੇ ਡਿੱਗ ਪਿਆ। ਫਿਰ ਮਹਾਰਾਜ ਨੇ ਉਹਦਾ ਜੀਵਨ ਬਦਲਣ ਲਈ ਕੁਝ ਗੱਲਾਂ ਜਦੋਂ ਕੀਤੀਆਂ, ਫਿਰ ਇਤਿਹਾਸਕਾਰਾਂ ਨੇ ਲਿਖਿਆ ਵੀ ਇਹ ਪੰਡਤ ਨੇ ਸਿੱਖੀ ਧਾਰਨ ਕੀਤੀ। ਇਹਨੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੋਂ ਅੰਮ੍ਰਿਤਪਾਨ ਵੀ ਕੀਤਾ। ਠੀਕ ਹੈ ਜੀ। ਅੰਮ੍ਰਿਤਪਾਨ ਕਰਕੇ ਫਿਰ ਇਹ ਲਾਲ ਸਿੰਘ ਤੋਂ ਲਾਲ ਸਿੰਘ ਬਣਿਆ। ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਦਾ ਜੰਗ ਲੜਿਆ, ਉਸ ਜੰਗ ਵਿੱਚ ਇਸ ਸਿੰਘ ਨੇ ਸ਼ਹੀਦੀ ਵੀ ਪ੍ਰਾਪਤ ਕੀਤੀ। ਇਹ ਗੁਰੂ ਸਾਹਿਬ ਦੇ ਅਨੋਖੇ। ਤੋ ਇਹ ਇੱਦਾਂ ਦੇ ਬਹੁਤ ਸਾਰੇ ਚੋਲ ਜਿਹੜੇ ਗੁਰੂ ਸਾਹਿਬ ਦੇ ਜੀਵਨ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਆ, ਪਰ ਇਹ ਅਨੋਖਾ ਹੀ ਚੋਲ ਸੀਗਾ ਜਿਹਨੇ ਕਿ ਇੱਕ ਗੂੰਗੇ ਬ੍ਰਾਹਮਣ, ਮਾਫ ਕਰਨਾ ਜੀ, ਗੂੰਗੇ ਚੀਵਰ ਨੂੰ ਇੱਕ ਬ੍ਰਾਹਮਣ ਦੇ ਜ਼ਰੀਏ ਇੱਕ
ਵਧੀਆ ਜ਼ਿੰਦਗੀ ਔਰ ਗੁਰੂ ਸਾਹਿਬ ਦੀ ਕਿਰਪਾ ਜਿਹੜੀ ਸੀਗੀ ਦ੍ਰਿਸ਼ਟੀ ਉਹ ਦਵਾਈ, ਔਰ ਇਸ ਦੇ ਨਾਲ ਨਾਲ ਉਹਨਾਂ ਨੇ ਉਸ ਹੰਕਾਰੇ ਹੋਏ ਬ੍ਰਾਹਮਣ ਦਾ ਵੀ ਜਿਹੜਾ ਹੰਕਾਰ ਸੀਗਾ ਉਹ ਤੋੜਿਆ, ਔਰ ਉਸਨੇ ਵੀ ਅੱਗੇ ਜੋ ਆਪਣੇ ਜੀਵਨ ਨੂੰ ਸੁਧਾਰਿਆ ਔਰ ਗੁਰੂ ਸਾਹਿਬ ਦੇ ਲੜ ਲੱਗੇ। ਸੋ ਇੱਦਾਂ ਦੇ ਅਨੇਕਾਂ ਹੀ ਚੋਜ ਜਿਹੜੇ ਗੁਰੂ ਸਾਹਿਬ ਦੇ ਜੀਵਨ ਵਿੱਚ ਸਾਨੂੰ ਦੇਖਣ ਜਾਂ ਸੁਣਨ ਨੂੰ ਮਿਲਦੇ ਆ। ਇੱਦਾਂ ਦੇ ਕੁਝ ਹੋਰ ਚੋਜ ਵੀ ਨੇ। ਸੋ ਅੱਗੇ ਗੁਰੂ ਸਾਹਿਬ ਦਿੱਲੀ ਪਹੁੰਚੇ ਆ, ਔਰ ਦਿੱਲੀ ਜਾ ਕੇ ਕੀ ਕੀ ਘਟਨਾਵਾਂ ਵਾਪਰੀਆਂ ਨੇ, ਔਰ ਉਸ ਤੋਂ ਬਾਅਦ ਗੁਰੂ ਸਾਹਿਬ ਜੋਤੀ ਜੋਤ ਸਮਾਏ ਨੇ, ਉਦੋਂ ਤੱਕ ਦਾ ਸਾਰਾ ਵਿਵਰਣ ਜਿਹੜਾ ਆ ਉਹ ਅਸੀਂ ਗਿਆਨੀ ਜੀ ਤੋਂ ਜਾਣਾਂਗੇ। ਪਰ ਫਿਲਹਾਲ ਸਮਾਂ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਸੋ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ। ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਸਾਡੇ ਸ਼ੋਅ ਵਾਨਾਵਰ ਦੇ ਵਿੱਚ। ਅਸੀਂ ਗੱਲਬਾਤ ਕਰ ਰਹੇ ਹਾਂ ਗਿਆਨੀ ਕੁਲਜੀਤ ਸਿੰਘ ਜੀ ਦੇ ਨਾਲ, ਜੋ ਕਿ ਪੰਥ ਦੇ ਮਹਾਨ ਢਾਡੀ ਨੇ, ਔਰ ਇਹਨਾਂ ਦੇ ਪਿਤਾ ਜੋ ਕਿ ਪੰਥ ਦੇ ਮਹਾਨ ਢਾਡੀ ਦਇਆ ਸਿੰਘ ਦਿਲਬਰ ਹੋਏ ਨੇ। ਔਰ ਅੱਜ ਅਸੀਂ ਇਹਨਾਂ ਨਾਲ ਗੁਰ ਇਤਿਹਾਸ ਬਾਰੇ ਚਰਚਾ ਕਰ ਰਹੇ ਹਾਂ। ਅਸੀਂ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰਦੇ ਪਏ ਸੀਗੇ, ਔਰ ਬਹੁਤ ਹੀ ਸੋਹਣੀ ਸਾਖੀ ਜਿਹੜੀ ਗੁਰੂ ਸਾਹਿਬ ਦੇ ਜੀਵਨ ਨਾਲ ਜੁੜੀ ਹੋਈ ਆ ਛੱਜੂ ਚੀਵਰ ਦੀ, ਉਹ ਅਸੀਂ ਗਿਆਨੀ ਜੀ ਤੋਂ ਸੁਣੀ। ਔਰ ਇਸ ਤੋਂ ਇਲਾਵਾ ਜੋ ਗੁਰ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਸਾਖੀਆਂ ਦਰਜ ਨੇ, ਔਰ ਜੇ ਅਸੀਂ ਗੁਰੂ ਸਾਹਿਬ ਦੇ ਜੀਵਨ ਬਾਰੇ ਝਾਤ ਪਾਈਏ ਤਾਂ ਗੁਰੂ ਸਾਹਿਬ ਨੇ ਦਿੱਲੀ ਜਾ ਕੇ ਆਪਣੇ ਜਿਹੜੇ ਸਵਾਸ ਆ ਉਹ ਤਿਆਗੇ ਆ, ਔਰ ਦਿੱਲੀ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਉਸੇ ਹੀ ਜਗ੍ਹਾ 'ਤੇ ਸੁਜੋਭਿਤ ਹੈ ਜਿੱਥੇ ਗੁਰੂ ਸਾਹਿਬ ਨੇ ਆਪਣੇ ਪ੍ਰਾਣ ਤਿਆਗੇ ਸੀਗੇ। ਔਰ ਇੱਥੇ ਜਿਹੜੀਆਂ ਦਿੱਲੀ ਆ ਕੇ ਘਟਨਾਵਾਂ ਵਾਪਰੀਆਂ ਆ ਉਹਦੇ ਬਾਰੇ ਅਸੀਂ ਆਓ ਹੁਣ ਗਿਆਨੀ ਜੀ ਤੋਂ ਜਾਣਕਾਰੀ ਹਾਸਲ ਕਰਦੇ ਹਾਂ। ਸੋ ਗਿਆਨੀ ਜੀ, ਜੇ ਅਸੀਂ ਗੱਲ ਕਰੀਏ ਕਿ ਗੁਰੂ ਸਾਹਿਬ ਦਾ ਇਹ ਸਫ਼ਰ ਜਿਹੜਾ ਸੀਗਾ ਇਹ ਦਿੱਲੀ ਪਹੁੰਚੇ ਆ, ਔਰ ਇੱਥੇ ਕਿਹਾ ਜਾਂਦਾ ਹੈ ਕਿ ਜਿਹੜਾ ਰਾਜਾ ਜੈ ਸਿੰਘ ਸੀਗਾ ਉਹਨਾਂ ਦੇ ਬੰਗਲੇ ਦੇ ਵਿੱਚ ਇਹਨਾਂ ਨੇ ਆ ਕੇ ਆਪਣਾ ਜਿਹੜਾ ਡੇਰਾ ਲਾਇਆ। ਔਰ ਇਸ ਤੋਂ ਅੱਗੇ ਜਿਹੜੀਆਂ ਘਟਨਾਵਾਂ ਨੇ ਔਰ ਇੱਥੇ ਆ ਕੇ ਕੀ ਕੀ ਹੋਰ ਕੌਤਕ ਗੁਰੂ ਸਾਹਿਬ ਨੇ ਵਰਤਾਏ ਨੇ ਉਹਦੇ ਬਾਰੇ ਸਾਡੇ ਸੰਗਤਾਂ ਨੂੰ ਜਾਣਕਾਰੀ ਦਿਓ। ਵੇਖੋ, ਜਦੋਂ ਮਹਾਰਾਜ ਪੰਜੋਖਰੇ ਵਿੱਚ ਸੀ ਜੀ, ਮਹਾਰਾਜ ਨੇ ਇੱਕ ਪੰਡਤ ਦਾ ਜੀਵਨ ਸੁਧਾਰਿਆ ਜੀ, ਉਹਦਾ ਹੰਕਾਰ ਤੋੜਿਆ, ਤੇ ਇੱਥੇ ਮਹਾਰਾਜ ਨੇ ਇੱਕ ਵਰ ਵੀ ਦਿੱਤਾ ਸੀ ਵੀ ਜਿਹੜਾ ਗੂੰਗਾ, ਬਹਿਰਾ, ਮੂਰਖ, ਗਵਾਰ ਗੁਰੂ ਨਾਨਕ ਦੇ ਦਰ ਤੇ ਆਣ ਕੇ ਸੱਚੇ ਮਨ ਨਾਲ ਅਰਦਾਸ ਕਰੇਗਾ ਉਹਦੇ ਦੁੱਖੜੇ ਸਦਾ ਵਾਸਤੇ ਦੂਰ ਹੋ ਜਾਣਗੇ। ਔਰ ਅੱਜ ਵੀ ਉੱਥੇ ਲੱਖਾਂ ਸ਼ਰਧਾਲੂ ਪੰਜੋਖਰਾ ਸਾਹਿਬ ਜਾਂਦੇ ਆ ਜੀ। ਉੱਥੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਯਾਦ ਵਿੱਚ ਹਰ ਸਾਲ ਬੜਾ ਵੱਡਾ ਸਮਾਗਮ ਵੀ ਹੁੰਦਾ। ਸੋ ਸੰਗਤਾਂ ਦੂਰ ਦੂਰ ਤੋਂ ਆਣ ਕੇ ਉੱਥੇ ਨਮਸਕਾਰ ਕਰਦੀਆਂ ਨੇ, ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੂੰ ਸਿਰ ਝੁਕਾਉਂਦੀਆਂ ਨੇ, ਔਰ ਜਿਨ੍ਹਾਂ ਦੇ ਬੱਚੇ ਗੂੰਗੇ, ਬਹਿਰੇ, ਮੂਰਖ, ਗਵਾਰ ਹੁੰਦੇ ਨੇ ਉੱਥੇ ਤੰਦਰੁਸਤ ਹੋ ਰਹੇ ਨੇ। ਉਸ ਤੋਂ ਬਾਅਦ ਜਦੋਂ ਮਹਾਰਾਜ ਦਿੱਲੀ ਆ ਗਏ, ਇੱਧਰ ਬਾਦਸ਼ਾਹ ਔਰੰਗਜ਼ੇਬ ਨੂੰ ਵੀ ਪਤਾ ਲੱਗ ਗਿਆ ਕਿ ਜਿਹਨੂੰ ਗੁਰੂ ਹਰ ਰਾਏ ਜੀ ਗੁਰਗੱਦੀ ਦੇ ਕੇ ਗਏ ਹੈ ਉਹ ਅੱਜ ਕੱਲ੍ਹ ਦਿੱਲੀ ਆਏ ਹੋਏ ਆ। ਠੀਕ ਹੈ ਜੀ। ਪਰ ਉਹ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਅਜਮਾਉਣਾ ਚਾਹੁੰਦਾ, ਉਹਨਾਂ ਦੀ ਪਰਖ ਕਰਨੀ ਚਾਹੁੰਦਾ। ਲੇਕਿਨ ਜਦੋਂ ਉਹਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਆਪਣੇ ਦਰਬਾਰ ਵਿੱਚ ਸੱਦਿਆ ਤਾਂ ਮਹਾਰਾਜ ਨੇ ਸੁਨੇਹਾ ਭੇਜਿਆ ਕਿ ਅਗਰ ਉਸਨੇ ਕਰਾਮਾਤ ਵੇਖਣੀ ਹੈ ਉਹ ਸਾਡੇ ਵੱਡੇ ਭਰਾ ਰਾਮ ਰਾਏ ਕੋਲੋਂ ਵੇਖ ਸਕਦਾ ਹੈ, ਪਰ ਅਸੀਂ ਆਪਣੇ ਪਿਤਾ ਜੀ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦੇ। ਕਿਉਂਕਿ ਗੁਰੂ ਹਰ ਰਾਏ ਮਹਾਰਾਜ ਜਦੋਂ ਜੋਤੀ ਜੋਤ ਸਮਾਉਣ ਲੱਗੇ ਉਹ ਇੱਕ ਬਚਨ ਕਰ ਗਏ ਸੀ, ਇੱਕ ਹੁਕਮ ਕਰ ਗਏ ਸੀ ਕਿ ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਵੀ ਉਸ ਜ਼ਾਲਮ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ। ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਕਹਿੰਦੇ ਵੀ ਅਸੀਂ ਆਪਣੇ ਪਿਤਾ ਜੀ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦੇ। ਐਕਚੁਅਲੀ ਗੱਲ ਇਹ ਹੈ ਕਿ ਜਿਹੜੇ ਮੁਸਲਮਾਨ ਲੋਕ ਹੈ ਇਹ ਪੈਗੰਬਰੀ ਦੀ ਪਹਿਲੀ ਸ਼ਰਤ ਮੰਨਦੇ ਨੇ ਕਰਾਮਾਤ। ਠੀਕ ਹੈ ਜੀ। ਹੁਣ ਜੋ ਕਰਾਮਾਤ ਵਿਖਾ ਦੇਵੇ ਉਹ ਗੁਰੂ ਹੈ ਉਹਨਾਂ ਦੀਆਂ ਨਜ਼ਰਾਂ ਵਿੱਚ। ਹੁਣ ਬਾਬਾ ਰਾਮ ਰਾਏ ਨੇ 72 ਕਰਾਮਾਤਾਂ ਵਿਖਾ ਕੇ ਤੇ ਔਰੰਗਜ਼ੇਬ ਨੂੰ ਖੁਸ਼ ਕੀਤਾ।
ਉਹਨਾਂ ਦੀਆਂ ਨਜ਼ਰਾਂ ਵਿੱਚ ਔਰੰਗਜ਼ੇਬ ਦੀਆਂ ਨਜ਼ਰਾਂ ਵਿੱਚ ਬਾਬਾ ਰਾਮ ਰਾਏ ਗੁਰੂ ਹੈ। ਠੀਕ ਹੈ ਜੀ। ਪਰ ਲੇਕਿਨ ਗੁਰੂ ਹਰਿਰਾਏ ਸਾਹਿਬ ਗੁਰਗੱਦੀ ਦੇ ਕੇ ਗਏ ਗੁਰੂ ਹਰਕ੍ਰਿਸ਼ਨ ਜੀ ਨੂੰ। ਜੀ। ਹੁਣ ਪਤਾ ਲੱਗਾ ਹੈ ਵੀ ਦਿੱਲੀ ਵਿੱਚ ਆਏ ਨੇ ਤੇ ਔਰੰਗਜ਼ੇਬ ਨੇ ਸੱਦਿਆ, ਮਹਾਰਾਜ ਨੇ ਜਾਣ ਤੋਂ ਇਨਕਾਰ ਕਰਤਾ। ਕਹਿੰਦੇ ਵੀ ਅਸੀਂ ਤੇ ਆਪਣੇ ਪਿਤਾ ਦੇ ਹੁਕਮ ਦੀ ਉਲੰਘਣਾ ਕਰ ਹੀ ਨਹੀਂ ਸਕਦੇ। ਤੇ ਮਹਾਰਾਜ ਦਿੱਲੀ ਦੇ ਵਿੱਚ ਵਿਚਰ ਰਹੇ ਸੀ ਤੇ ਉਹਨੇ ਫਿਰ ਦਿੱਲੀ ਦੇ ਰਾਜਾ ਮਿਰਜ਼ਾ ਜੈ ਸਿੰਘ ਨੂੰ ਸੱਦਿਆ। ਕਹਿੰਦਾ ਮਿਰਜ਼ਾ ਜੈ ਸਿੰਘ ਜੀ, ਜਿਹਨੂੰ ਗੁਰੂ ਹਰਿਰਾਏ ਜੀ ਗੁਰਗੱਦੀ ਦੇ ਕੇ ਗਏ ਉਹ ਦਿੱਲੀ 'ਚ ਆਏ ਹੋਏ ਆ ਤੇ ਸਾਡੇ ਹੁਕਮ ਦੀ ਪਾਲਣਾ ਕਰੋ, ਪਰਖੋ ਕਿ ਉਹ ਵਾਕਈ ਗੁਰੂ ਹੈ ਕਿ ਨਹੀਂ। ਹੁਣ ਜਿਹੜਾ ਮਿਰਜ਼ਾ ਜੈ ਸਿੰਘ ਹੈ ਇਹ ਗੁਰੂ ਨਾਨਕ ਦੇ ਘਰ ਦੀ ਗੁਰਗੱਦੀ ਨੂੰ ਮੰਨਦਾ ਹੈ, ਉਹ ਗੁਰੂ ਨਾਨਕ ਦੀ ਗੁਰਗੱਦੀ ਨੂੰ ਮੱਥਾ ਟੇਕਦਾ ਹੈ। ਉਹ ਜਦੋਂ ਔਰੰਗਜ਼ੇਬ ਨੇ ਇਹ ਕਿਹਾ ਵੀ ਦਿੱਲੀ ਉਹਦੇ ਗੁਰੂ ਦੀ ਪਰਖ ਕਰੋ, ਉਹ ਕਹਿੰਦਾ ਲਾਹਨਤ ਹੈ ਮੇਰੇ ਵਾਸਤੇ, ਮੈਂ ਗੁਰੂ ਨਾਨਕ ਦੀ ਗੁਰਗੱਦੀ ਦੀ ਪਰਖ ਕਰਾਂ। ਬੜਾ ਮਾਯੂਸ ਹੋਇਆ, ਉਹ ਆਪਣੇ ਬੰਗਲੇ ਵਿੱਚ ਆਣ ਕੇ ਪਲੰਘ ਦੇ ਉੱਤੇ ਲੇਟ ਗਿਆ। ਉਹਦੀ ਰਾਣੀ ਆਈ, ਆਣ ਕੇ ਕਹਿਣ ਲੱਗੀ ਵੀ ਸਵਾਮੀ ਤੁਸੀਂ ਬੜੇ ਉਦਾਸ ਨਜ਼ਰ ਆ ਰਹੇ ਜੀ, ਗੱਲ ਕੀ ਹੈ। ਉਹ ਕਹਿੰਦਾ ਵੀ ਔਰੰਗਜ਼ੇਬ ਨੇ ਮੈਨੂੰ ਗੁਰੂ ਹਰਕ੍ਰਿਸ਼ਨ ਜੀ ਦੀ ਪਰਖ ਕਰਨ ਵਾਸਤੇ ਕਿਹਾ, ਪਰ ਕਹਿੰਦਾ ਮੇਰੇ ਵਾਸਤੇ ਲਾਹਨਤ ਹੈ ਵੀ ਮੈਂ ਗੁਰੂ ਘਰ ਨਾਨਕ ਦੀ ਪਰਖ ਕਰਾਂ। ਉਹ ਪਤੀ ਪਤਨੀ ਦੇ ਵਿੱਚ ਚੁੱਪ ਛਾ ਗਈ। ਆਖਰਕਾਰ ਰਾਣੀ ਨੇ ਚੁੱਪ ਤੋੜੀ, ਕਹਿੰਦੀ ਸਵਾਮੀ ਉਦਾਸ ਕਿਉਂ ਹੁੰਦੇ ਜੇ, ਪਰਖ ਤੁਸੀਂ ਨਹੀਂ ਪਰਖ ਮੈਂ ਕਰਾਂਗੀ। ਉਹ ਕਹਿੰਦਾ ਵੀ ਤੂੰ ਕਿਵੇਂ ਪਰਖ ਕਰੇਂਗੀ। ਕਹਿੰਦੀ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਕਹੋ ਵੀ ਆਪਣੇ ਬੰਗਲੇ 'ਚ ਆਉਣ, ਨਾਲੇ ਤੇ ਆਪਣਾ ਬੰਗਲਾ ਪਵਿੱਤਰ ਹੋਵੇਗਾ, ਨਾਲੇ ਆਪਾਂ ਉਹਨਾਂ ਨੂੰ ਲੰਗਰ ਛਕਾਵਾਂਗੇ ਤੇ ਨਾਲੇ ਮੈਂ ਪਰਖ ਕਰ ਲਵਾਂਗੀ। ਉਹ ਮਿਰਜ਼ਾ ਜੈ ਸਿੰਘ ਨੂੰ ਕੋਈ ਗੱਲ ਉਹਦੀ ਗੱਲ 'ਚ ਵਜ਼ਨ ਲੱਗਾ। ਉਹ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਚਰਨਾਂ ਵਿੱਚ ਆ ਗਿਆ। ਕਹਿੰਦਾ ਸਤਿਗੁਰੂ ਕਿ ਤੁਸੀਂ ਦਿੱਲੀ ਆਏ ਹੋਏ ਹੋ ਵੀ ਮੇਰੇ ਬੰਗਲੇ ਵਿੱਚ ਵੀ ਚੱਲੋ। ਹੁਣ ਗੁਰੂ ਨੂੰ ਕੌਣ ਠੱਗ ਸਕਦਾ ਸੀ। ਮਹਾਰਾਜ ਬਾਣੀ 'ਚ ਲਿਖਦੇ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਹੇ। ਸਤਿਗੁਰੂ ਜਾਣੀ ਜਾਣ ਸੀ। ਮਹਾਰਾਜ ਕਹਿੰਦੇ ਅਸੀਂ ਚੱਲਦੇ ਹਾਂ। ਉੱਧਰ ਜਿਹੜੀ ਰਾਜੇ ਦੀ ਰਾਣੀ ਸੀ ਉਹਨੇ ਆਪਣੇ ਰਾਣੀਆਂ ਵਾਲੇ ਬਸਤਰ ਉਤਾਰ ਦਿੱਤੇ ਤੇ ਗੋਲੀਆਂ ਵਾਲੇ ਬਸਤਰ ਪਹਿਨ ਲਏ। ਉਹਦੇ ਮਨ 'ਚ ਇਹ ਖਿਆਲ ਆਇਆ ਵੀ ਜਦੋਂ ਮੈਂ ਗੋਲੀਆਂ ਵਾਲੇ ਬਸਤਰ ਪਾਏ ਹੋਣਗੇ, ਜਦੋਂ ਮਹਾਰਾਜ ਆਉਣਗੇ ਉਹ ਤੇ ਸੋਚਣਗੇ ਵੀ ਇਹ ਕਿਹੜਾ ਰਾਣੀ ਹੋ ਸਕਦੀ ਹੈ। ਕਹਿੰਦੀ ਵੀ ਉਹਨੇ ਇੱਕ ਖੂਬਸੂਰਤ ਗੋਲੀ ਨੂੰ ਚੁਣਿਆ, ਉਹਨੂੰ ਰਾਣੀਆਂ ਵਾਲੇ ਬਸਤਰ ਪਹਿਨਾ ਦਿੱਤੇ, ਉਹਨੂੰ ਸੋਨੇ ਨਾਲ ਲੱਦ ਦਿੱਤਾ ਤੇ ਆਪ ਉਹਨੇ ਕੱਚ ਦੀਆਂ ਵੰਗਾਂ ਪਾ ਲਈਆਂ, ਸਾਦਾ ਜਿਹਾ ਲਿਬਾਸ ਰੱਖ ਲਿਆ ਤੇ ਇੱਕ ਰਾਣੀ ਗੋਲੀ ਨੂੰ ਚੁਣ ਕੇ ਉਹਨੂੰ ਰਾਣੀ ਬਣਾ ਦਿੱਤਾ। ਵੀ ਕਹਿੰਦੀ ਜਦੋਂ ਮਹਾਰਾਜ ਆਉਣਗੇ ਉਹ ਇਹਦਾ ਹੁਸਨ ਵੇਖ ਕੇ, ਇਹਦਾ ਹਾਰ ਸ਼ਿੰਗਾਰ ਵੇਖ ਕੇ ਸੋਚਣਗੇ ਕਿ ਇਹ ਰਾਣੀ ਹੈ। ਫਿਰ ਮਨ ਵਿੱਚ ਸੋਚਣ ਲੱਗੀ ਵੀ ਜੇ ਗੁਰੂ ਹੈ ਤੇ ਗੁਰੂ ਤੇ ਦਿਲ ਦੀ ਗੱਲ ਜ਼ਰੂਰ ਜਾਣਦਾ ਹੋਵੇਗਾ ਜੀ। ਉਹ ਕਹਿੰਦੀ ਵੀ ਜੇ ਗੁਰੂ ਸੱਚਾ ਹੈ ਤੇ ਜੇ ਤੇ ਹੱਸਦਾ ਮੁਸਕਰਾਉਂਦਾ ਮੇਰੀ ਗੋਦੀ ਵਿੱਚ ਆਣ ਕੇ ਬੈਠ ਗਿਆ ਤੇ ਮੈਂ ਸਮਝਾਂਗੀ ਗੁਰੂ ਹੈ, ਵਰਨਾ ਪਖੰਡੀ ਹੈ, ਵੀ ਇਹ ਗੁਰੂ ਨਹੀਂ ਹੋ ਸਕਦਾ। ਠੀਕ ਹੈ ਜੀ। ਉਧਰ ਰਾਜਾ ਜੈ ਸਿੰਘ ਜੀ ਆਏ, ਕਹਿੰਦੇ ਮਹਾਰਾਜ ਵੀ ਸਾਡੇ ਬੰਗਲੇ 'ਚ ਭਾਗ ਲਾਓ। ਮਹਾਰਾਜ ਕਹਿੰਦੇ ਚਲੋ। ਹੁਣ ਜਦੋਂ ਮਹਾਰਾਜ ਬੰਗਲੇ 'ਚ ਆਏ, ਹੱਥ ਵਿੱਚ ਛਟੀ ਹੈ, ਇੱਕ ਗੋਲੀ ਦੇ ਸਿਰ ਉੱਤੇ ਰੱਖੀ, ਕਹਿੰਦੇ ਤੂੰ ਰਾਣੀ ਨਹੀਂ, ਤੂੰ ਰਾਣੀ ਨਹੀਂ, ਤੂੰ ਰਾਣੀ ਨਹੀਂ। ਤੇ ਰਾਣੀ ਦੀ ਗੋਦੀ ਵਿੱਚ ਜਾ ਕੇ ਉਹਦੇ ਸਿਰ ਤੇ ਛਟੀ ਰੱਖ ਕੇ ਹੱਸਦੇ ਮੁਸਕਰਾਉਂਦੇ ਉਹਦੀ ਗੋਦੀ 'ਚ ਬੈਠ ਕੇ ਕਹਿਣ ਲੱਗੇ ਤੂੰ ਹੈ ਰਾਣੀ। ਉਹਨੇ ਘੁੱਟ ਕੇ ਮਹਾਰਾਜ ਨੂੰ ਜੱਫੀ ਪਾ ਲਈ, ਕਿਉਂਕਿ ਮਹਾਰਾਜ ਦੀ ਬਾਲ ਅਵਸਥਾ ਹੈ। ਮੱਥਾ ਚੁੰਮਿਆ ਤੇ ਉੱਥੇ ਫਿਰ ਪਰਖ ਕੀਤੀ ਗਈ ਮਹਾਰਾਜ ਦੀ ਵੀ ਇਹ ਸੱਚਮੁੱਚ ਜਿਹਨੂੰ ਗੁਰੂ ਹਰਿਰਾਏ ਸਾਹਿਬ ਗੁਰਗੱਦੀ ਦੇ ਕੇ ਗਏ ਹੈ ਉਹ ਵਾਕਈ ਕਰਾਮਾਤੀ ਗੁਰੂ ਹੈ। ਔਰ ਫਿਰ ਕਹਿੰਦੇ ਨੇ ਵੀ ਇੱਥੇ ਚੇਚਕ ਦਾ ਰੋਗ ਫੈਲ ਗਿਆ ਜੀ। ਉਸ ਸਮੇਂ ਦਿੱਲੀ ਦੇ ਵਿੱਚ ਕਾਫੀ ਦਿੱਲੀ ਦੇ ਮਹਾਮਾਰੀ ਵਾਂਗੂ ਫੈਲ ਗਿਆ। ਤੇ ਫਿਰ ਸੰਧਾ ਨੇ ਕਿਹਾ ਵੀ ਮਹਾਰਾਜ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਬੰਗਲੇ ਦੀ ਇੱਕ ਬਾਰੀ ਦੇ ਵਿੱਚ ਬਹਿ ਜਾਓ। ਤੇ ਮਹਾਰਾਜ ਜੀ ਨੇ ਰਾਣੀ ਦੇ ਪਰਖ ਕੀਤੀ ਨਾ। ਉੱਥੇ ਅੱਜ ਕੱਲ੍ਹ ਗੁਰਦੁਆਰਾ ਹੈ ਬੰਗਲਾ ਸਾਹਿਬ, ਕਦੀ ਤੁਸੀਂ ਦਿੱਲੀ ਜਾਓ ਜੀ ਤੇ ਸੰਗਤਾਂ ਨੂੰ ਵੀ ਦਰਸ਼ਨ ਕਰਨੇ ਚਾਹੀਦੇ ਹੈ। ਤੇ ਫਿਰ ਮਸੰਦ ਕਹਿਣ ਲੱਗੇ ਵੀ ਮਹਾਰਾਜ ਜੀ ਦੇਖੋ ਰੋਗੀ ਕੁਰਲਾ ਰਹੇ ਆ ਤੇ ਮਹਾਰਾਜ ਨੂੰ ਕਹਿੰਦੇ ਵੀ ਤੁਸੀਂ ਇੱਕ ਬਾਰੀ ਦੇ ਵਿੱਚ ਬੈਠ ਜਾਓ, ਸੰਗਤਾਂ ਤੁਹਾਡੇ ਦਰਸ਼ਨ ਕਰਕੇ ਤੰਦਰੁਸਤ ਹੋ ਰਹੀਆਂ। ਔਰ ਸੱਚਮੁੱਚ ਜਿਹੜਾ ਵੀ ਮਹਾਰਾਜ ਦੇ ਦਰਸ਼ਨ ਕਰਦਾ ਸੀ ਉਹਦੇ ਰੋਗ ਦੂਰ ਹੋ ਜਾਂਦੇ ਸੀ। ਇਸੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖਿਆ ਸੀ
ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ। ਮਹਾਰਾਜ ਫਿਰ ਇੱਕ ਬਾਰੀ ਦੇ ਵਿੱਚ ਬਹਿ ਗਏ ਤੇ ਸੰਗਤਾਂ ਦੀਆਂ ਲੈਣਾ ਲੱਗ ਗਈਆਂ, ਜਿਹੜਾ ਮਹਾਰਾਜ ਦੇ ਦਰਸ਼ਨ ਕਰੇ ਉਹਦੇ ਦੁਖੜੇ ਦੂਰ ਹੋ ਜਾਣ। ਫਿਰ ਆਖਰਕਾਰ ਮਹਾਰਾਜ ਦਇਆ ਦੇ ਘਰ ਵਿੱਚ ਆ ਗਏ ਤੇ ਮਹਾਰਾਜ ਫਿਰ ਉੱਥੇ ਬੰਗਲੇ 'ਚ ਉਤਰੇ। ਉਹ ਇੱਕ ਪਾਣੀ ਦਾ ਚਬੱਚਾ ਸੀ, ਉੱਥੇ ਮਹਾਰਾਜ ਨੇ ਫਿਰ ਅੰਗੂਠਾ ਭਿਗੋ ਕੇ ਚਰਨਾਮਤ ਬਣਾਈ ਤੇ ਨਾਲ ਫਿਰ ਸੰਗਤਾਂ ਨੂੰ ਵਾਰ ਦੇ ਦਿੱਤਾ ਵੀ ਭਾਈ ਜਿਹੜਾ ਇੱਥੋਂ ਚਰਨਾਮਤ ਲਏਗਾ ਉਹਦੇ ਦੁਖੜੇ ਸਦਾ ਵਾਸਤੇ ਦੂਰ ਹੋ ਜਾਣਗੇ। ਅੱਜ ਵੀ ਉਹ ਚਰਨਾਮਤ ਜਿਹੜੀ ਹੈ ਉਹ ਗੁਰਦੁਆਰਾ ਬੰਗਲਾ ਸਾਹਿਬ ਤੋਂ ਮਿਲਦੀ ਹੈ। ਮਹਾਰਾਜ ਨੇ ਦਿੱਲੀ ਦੀਆਂ ਸਾਰੀਆਂ ਸੰਗਤਾਂ ਦਾ ਦੁੱਖ ਆਪਣੇ ਸਰੀਰ ਉੱਤੇ ਲੈ ਲਿਆ ਤੇ ਮਹਾਰਾਜ ਜਮਨਾ ਪਾਰ ਚਲੇ ਗਏ। ਉੱਥੇ ਜਾ ਕੇ ਮਹਾਰਾਜ ਪਲੰਘ ਦੇ ਉੱਤੇ ਲੇਟ ਗਏ। ਮਾਤਾ ਕਿਸ਼ਨ ਕੌਰ ਜੀ ਵਿਰਾਗ ਵਿੱਚ ਆ ਗਏ, ਕਹਿਣ ਲੱਗੇ ਬੇਟਾ ਤੂੰ ਤੇ ਦੁਨੀਆ ਦੇ ਦੁੱਖ ਦੂਰ ਕਰਦਾ, ਤੂੰ ਆਪਣੇ ਦੁੱਖ ਨਹੀਂ ਦੂਰ ਕਰ ਸਕਦਾ। ਗੁਰੂ ਹਰਿਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਮਾਤਾ ਜੀ ਜੋ ਬਣਿਆ ਉਹਨੇ ਭੱਜਣਾ, ਜੋ ਆਇਆ ਉਹਨੇ ਜਾਣਾ ਜੀ। ਤੇ ਇਸ ਕਰਕੇ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ ਸਾਠ ਸਗਲ ਜੰਜਾਲ। ਮਹਾਰਾਜ ਕਹਿੰਦੇ ਵੀ ਸਾਨੂੰ ਸੱਚਖੰਡ ਵਿੱਚ ਸੱਦਾ ਆ ਗਿਆ। ਮਾਤਾ ਜੀ ਵੀ ਵਿਰਾਗ ਵਿੱਚ ਆ ਗਏ, ਸੰਗਤਾਂ ਵੀ ਵਿਰਾਗ ਵਿੱਚ ਆ ਗਈਆਂ। ਮਹਾਰਾਜ ਕਹਿੰਦੇ ਮਹਾਰਾਜ ਸਾਨੂੰ ਕਿਹਨਾਂ ਦੇ ਲੜ ਲਾ ਚੱਲੇ ਜੇ, ਕਿਤੇ ਅਸੀਂ ਕਿਸੇ ਗਲਤ ਬੰਦੇ ਦੇ ਹੱਥ ਨਾ ਫਸ ਜਾਈਏ। ਮੈਂ ਇੱਥੇ ਇੱਕ ਗੱਲ ਕਰਨੀ ਚਾਹੁੰਦਾ, ਦੇਖੋ ਕਿਸੇ ਵੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਬਾਹੂਬਲ ਦਾ ਹੋਣਾ ਜ਼ਰੂਰੀ ਹੈ ਜੀ, ਜਥੇਬੰਦੀ ਦਾ ਹੋਣਾ ਜ਼ਰੂਰੀ ਹੈ, ਕੁਰਬਾਨੀ ਦਾ ਹੋਣਾ ਜ਼ਰੂਰੀ ਹੈ, ਪੈਸੇ ਦਾ ਹੋਣਾ ਜ਼ਰੂਰੀ ਹੈ, ਪਰ ਸਭ ਤੋਂ ਵੱਧ ਜ਼ਰੂਰਤ ਅਗਰ ਹੈ ਉਹ ਹੈ ਆਗੂ ਦੀ ਚੋਣ ਜੀ। ਇਹ ਕੌਮ ਦਾ ਲੀਡਰ ਚੰਗਾ ਹੋਵੇਗਾ ਤਾਂ ਉਹ ਕੌਮ ਨੂੰ ਅਰਸ਼ ਤੇ ਪਹੁੰਚਾ ਦੇਗਾ, ਤੇ ਜੇ ਕੌਮ ਦਾ ਲੀਡਰ ਮਾੜਾ ਹੋਵੇਗਾ ਉਹ ਅਰਸ਼ ਤੇ ਪੁੱਜੀ ਹੋਈ ਕੌਮ ਨੂੰ ਵੀ ਫਰਸ਼ ਤੇ ਲੈ ਆਏਗਾ। ਜੀ ਬਿਲਕੁਲ। ਵੇਖੋ ਆਪਾਂ ਇਤਿਹਾਸ ਪੜ੍ਹਦੇ ਹਾਂ, ਕਦੀ ਸਾਡਾ ਆਪਣਾ ਰਾਜ ਸੀ ਜੀ, ਅਸੀਂ ਲਾਹੌਰ ਦੇ ਵਿੱਚ ਰਾਜ ਕੀਤਾ, ਸਿੱਖਾਂ ਦਾ ਕਦੇ ਰਾਜ ਹੁੰਦਾ ਸੀ, ਲੇਕਿਨ ਉਹ ਜਿਹੜੀ ਵਾਗਡੋਰ ਸੀ ਉਹ ਕੁਛ ਡੋਗਰੇ ਗਲਤ ਬੰਦਿਆਂ ਦੇ ਹੱਥ ਆ ਗਈ ਤੇ ਸਾਡੀ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ 10 ਸਾਲਾਂ ਦੇ ਵਿੱਚ ਸਿੱਖ ਰਾਜ ਮਿੱਟੀ ਦੀ ਧੂੜ ਵਾਂਗ ਉੱਡ ਗਿਆ ਜੀ। ਤਾਂ ਮਹਾਰਾਜ ਆਗੂ ਦੀ ਚੋਣ ਹੋਣਾ ਇਹ ਬਹੁਤ ਜ਼ਰੂਰੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਵੇਲੇ ਬਾਬੇ ਬਕਾਲੇ ਵਿੱਚ ਬੈਠੇ ਤਪੱਸਿਆ ਕਰ ਰਹੇ ਸੀ। ਕਦੀ ਤੁਸੀਂ ਬਕਾਲੇ ਜਾਓ, ਉੱਥੇ ਦਰਵਾਜ਼ੇ ਤੇ ਅੱਜ ਵੀ ਲਿਖਿਆ ਹੋਇਆ ਹੈ ਵੀ ਇੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ 13 ਦਿਨ ਦਾ ਤਪ ਕੀਤਾ ਜੀ। ਕਿੱਡਾ ਮਹਾਨ ਤਪ ਕੀਤਾ ਮਹਾਰਾਜ ਨੇ। ਆਉਣ ਵਾਲੇ ਸਮੇਂ ਦੀ ਤਿਆਰੀ ਕਰ ਰਹੇ ਸੀ ਮਹਾਰਾਜ ਬੈਠੇ। ਜੀ। ਇੱਧਰ ਸੰਗਤਾਂ ਨੇ ਕਿਹਾ ਮਹਾਰਾਜ ਸਾਨੂੰ ਕਿਹਨਾਂ ਦੇ ਲੜ ਲਾ ਚੱਲੇ ਜੇ। ਸੰਗਤ ਕਹੀ ਪ੍ਰਭੂ ਜਗਨਾਥਾ, ਸੰਗਤ ਕਹਾ ਨਿਵਾਵੇ ਮਾਥਾ, ਬਚਨ ਕੀਤਾ ਬਾਬਾ ਬਕਾਲੇ, ਕਿ ਆਉਣ ਵਾਲਾ ਗੁਰੂ ਬਕਾਲੇ 'ਚ ਹੈ। ਠੀਕ ਹੈ ਜੀ। ਮਹਾਰਾਜ ਨੇ 5 ਪੈਸੇ ਲੈ, ਨਰੇਲ ਲਿਆ, ਆਪਣੇ ਸਿਰ ਤੋਂ ਗੋਲਾਕਾਰ ਕੀਤਾ ਤੇ ਮਹਾਰਾਜ ਗੁਰਤਾ ਦੇ ਕੇ ਤੇ ਜੋਤੀ ਜੋਤ ਸਮਾ। ਠੀਕ ਹੈ ਜੀ। ਫਿਰ ਭਾਈ ਮੱਖਣ ਸ਼ਾਲਵਾਣਾ ਉਹਨਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਭਾਲ ਕੀਤੀ। ਉਹਨਾਂ ਨੇ ਜਦੋਂ ਰੌਲਾ ਪਾਇਆ ਗੁਰੂ ਲਾਹ ਦੋਰੇ, ਗੁਰੂ ਲਾਹ ਦੋਰੇ, ਗੁਰੂ ਲਾਹ ਦੋਰੇ, ਦੇਖੋ ਕਿੰਨੀ ਬਾ ਕਮਾਲ ਚੋਣ ਕਰਕੇ ਗਏ ਸ਼੍ਰੀ ਹਰਿਕ੍ਰਿਸ਼ਨ ਜੀ। ਵੇਖੋ ਦਾਦਾ ਪੋਤਰੇ ਨੂੰ ਗੁਰਗੱਦੀ ਦਿੰਦਾ, ਪੁੱਤਰ ਅੱਗੇ ਫਿਰ ਮੁੜ ਕੇ ਦਾਦੇ ਨੂੰ ਗੁਰਗੱਦੀ ਦੇ ਰਿਹਾ। ਇਹ ਮੇਰੇ ਹਿਸਾਬ ਨਾਲ ਸਿੱਖ ਧਰਮ ਦੇ ਵਿੱਚ ਇੱਕ ਉਲਟੀ ਗੰਗਾ ਵੇਖਣ ਨੂੰ ਮਿਲ ਰਹੀ ਹੈ ਜੀ। ਵੇਖੋ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਗੁਰਤਾ ਦਿੱਤੀ ਆਪਣੇ ਪੋਤਰੇ ਹਰ ਰਾਏ ਜੀ ਨੂੰ ਜੀ, ਕਿਉਂਕਿ ਬਾਬਾ ਗੁਰਦਿੱਤਾ ਜੀ ਦੇ ਸਾਹਿਬਜ਼ਾਦੇ ਸਨ। ਜੀ। ਬਾਬਾ ਗੁਰਦਿੱਤਾ ਜੀ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਾਹਿਬਜ਼ਾਦੇ ਸਨ। ਜੀ। ਸ਼੍ਰੀ ਹਰਿਕ੍ਰਿਸ਼ਨ ਜੀ ਉਹਨਾਂ ਦੇ ਦਾਦਾ ਜੀ ਸਨ ਬਾਬਾ ਗੁਰਦਿੱਤਾ ਜੀ। ਜੀ। ਬਾਬਾ ਗੁਰਦਿੱਤਾ ਜੀ ਦੇ ਛੋਟੇ ਭਾਈ ਸੀਗੀ ਸ਼੍ਰੀ ਗੁਰੂ ਤੇਗ ਬਹਾਦਰ ਜੀ। ਜੀ। ਔਰ ਪੁਰਾਣੇ ਸਮਿਆਂ ਵਿੱਚ ਛੋਟੇ ਭਾਈ ਨੂੰ, ਵੱਡੇ ਭਾਈ ਨੂੰ ਬਾਬਾ ਕਹਿੰਦੇ ਸੀ। ਠੀਕ ਹੈ ਜੀ। ਔਰ ਦਾਦੇ ਨੇ ਪੋਤਰੇ ਨੂੰ ਗੁਰਗੱਦੀ ਦਿੱਤੀ, ਪੋਤਰੇ ਨੇ ਮੁੜ ਕੇ ਫਿਰ ਦਾਦਾ ਜੀ ਨੂੰ ਗੁਰਗੱਦੀ ਦਿੱਤੀ। ਕੈਸਾ ਹੀ ਸਿੱਖ ਧਰਮ ਦੇ ਵਿੱਚ ਸਬੱਬ ਬਣਿਆ। ਜੀ। ਔਰ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਆਪਣੀ ਦਾਦਾ ਜੀ ਨੂੰ ਗੁਰਤਾ ਦੇ ਕੇ ਉਹ ਦਿੱਲੀ ਦੇ ਵਿੱਚ ਜੋਤੀ ਜੋਤ ਸਮਾ ਗਏ। ਔਰ ਜਿੱਥੇ ਆਪਾਂ ਸ਼੍ਰੀ ਗੁਰੂ ਹਰਿ ਰਾਏ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਿਵਸ ਮਨਾ ਰਹੇ ਹਾਂ,
ਔਰ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਗੁਰਤਾ ਦਿਵਸ ਮਨਾ ਰਹੇ ਹਾਂ। ਮੈਂ ਸੰਗਤਾਂ ਨੂੰ ਸ੍ਰੀ ਗੁਰੂ ਹਰਿ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਔਰ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਗੁਰਤਾ ਦਿਵਸ 'ਤੇ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਭੇਟ ਕਰਦੇ ਹਾਂ। ਅਸੀਂ ਅਰਦਾਸ ਕਰਾਂਗੇ ਤੇ ਸਾਡੇ ਸਤਿਗੁਰੂ ਤੁਹਾਡੇ ਸਾਰੇ ਪਰਿਵਾਰਾਂ 'ਤੇ ਰਹਿਮਤਾਂ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਦੇ ਰੁਕਤਾ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨ। ਸੰਗਤਾਂ ਨੂੰ ਵੀ ਅਪੀਲ ਕਰਾਂਗੇ ਕਿ ਭਾਈ ਆਪਣੇ ਗੁਰੂਆਂ ਦੇ ਨਾਲ ਜੁੜੋ, ਆਪਣੀ ਬਾਣੀ ਦੇ ਨਾਲ ਜੁੜੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜੋ, ਅੰਮ੍ਰਿਤ ਛਕੋ, ਤਿਆਰ ਬਰ ਤਿਆਰ ਹੋਵੋ, ਨਸ਼ਿਆਂ ਦਾ ਤਿਆਗ ਕਰੋ। ਇਹ ਸਾਡੇ ਗੁਰਪੁਰਬ ਮਨਾਏ ਤਾਂ ਹੀ ਸਫਲੇ ਹੋ ਸਕਦੇ ਆ ਜੀ ਬਿਲਕੁਲ। ਜੇ ਅਸੀਂ ਕੇਵਲ ਤੇ ਕੇਵਲ ਗੁਰੂ ਦਾ ਲੜ ਫੜ ਲਈਏ ਤੇ ਗੁਰੂ ਦੇ ਲੜ ਲੱਗ ਕੇ ਰਹਿ ਜਾਈਏ। ਬਹੁਤ ਬਹੁਤ ਵਧੀਆ ਖਾਲਸਾ ਜੀ, ਤੁਸੀਂ ਗੁਰੂ ਸਾਹਿਬ ਦੇ ਜੀਵਨ 'ਤੇ ਝਾਤ ਪਾਈ ਔਰ ਗੁਰੂ ਸਾਹਿਬ ਦੇ ਜੀਵਨ ਤੋਂ ਜਿਹੜੀ ਸਾਨੂੰ ਪ੍ਰੇਰਨਾ ਮਿਲਦੀ ਆ ਔਰ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਜੋ ਸਾਨੂੰ ਪ੍ਰੇਰਨਾ ਕੀਤੀ ਆ ਉਹਦਾ ਇੱਕੋ ਹੀ ਇੱਕ ਇਹ ਕਹਿ ਸਕਦੇ ਤੱਥ ਨਿਕਲਦਾ ਕਿ ਸਾਨੂੰ ਆਪਣਾ ਜੀਵਨ ਦੇ ਵਿੱਚ ਕਿਸ ਤਰ੍ਹਾਂ ਸੁਧਾਰ ਅਸੀਂ ਕਰ ਸਕਦੇ ਹਾਂ, ਉਹਦੇ ਬਾਰੇ ਹੁਣ ਸਾਨੂੰ ਇਹ ਜਾਣਕਾਰੀ ਦਿੱਤੀ ਗਈ ਆ। ਸੋ ਸਾਨੂੰ ਚਾਹੀਦਾ ਕਿ ਅਸੀਂ ਗੁਰੂ ਸਾਹਿਬ ਦੇ ਜਿਹੜੇ ਸਿੱਖਿਆ ਆ ਉਹਨੂੰ ਗ੍ਰਹਿਣ ਕਰੀਏ ਔਰ ਗੁਰੂ ਵਾਲੇ ਬਣ ਕੇ ਗੁਰੂ ਚਰਨਾਂ ਦੀ ਪ੍ਰੀਤ ਜਿਹੜੀ ਆ ਉਹ ਪਾਈਏ। ਸੋ ਖਾਲਸਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਕੋਲ ਇੱਥੇ ਸਟੂਡੀਓ ਦੇ ਵਿੱਚ ਆਏ ਔਰ ਗੁਰੂ ਸਾਹਿਬ ਦੇ ਜੀਵਨ ਬਾਰੇ ਸਾਨੂੰ ਬਹੁਤ ਹੀ ਵਡਮੁੱਲੀ ਜਾਣਕਾਰੀ ਜਿਹੜੀ ਆ ਉਹ ਦਿੱਤੀ। ਔਰ ਮੈਂ ਇੱਕ ਵਾਰੀ ਫਿਰ ਆਪਣੀ ਚੱਕ ਦੇ ਚੈਨਲ ਦੀ ਟੀਮ ਵੱਲੋਂ ਅਤੇ ਆਪਣੇ ਵੱਲੋਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਢਾਡੀ ਕੁਲਜੀਤ ਸਿੰਘ ਦਿਲਬਰ, ਨਵਾਂ ਸ਼ਹਿਰ ਵਾਲੇ, ਮੈਂ ਚੱਕ ਦੇ TV ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਿਮਾਣੇ ਜਿਹੇ ਢਾਡੀ ਜੱਥੇ ਨੂੰ ਸਟੂਡੀਓ 'ਚ ਸੱਦ ਕੇ ਸੰਗਤਾਂ ਦੇ ਰੂਬਰੂ ਕਰਵਾਇਆ। ਜਿੰਨੀ ਕੁ ਗੁਰਤਾ ਦੇ ਸੰਬੰਧ ਵਿੱਚ ਮੈਂ ਆਪ ਸੰਗਤਾਂ ਨੂੰ ਜਾਣਕਾਰੀ ਦੇ ਸਕਿਆ। ਅਗਰ ਇਤਿਹਾਸ ਬੋਲਦਿਆਂ ਕੋਈ ਗਲਤੀ ਕਰ ਗਿਆ ਹੋਵਾਂ ਖਿਮਾ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਜੋ ਸਾਡਾ ਗੱਲਬਾਤ ਦਾ ਵਿਸ਼ਾ ਸੀ ਉਹ ਗੁਰੂ ਸਾਹਿਬ ਦੇ ਜੀਵਨ ਬਾਰੇ ਸੀ। ਅਸੀਂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਜੀ ਦੇ ਬਾਰੇ ਗੱਲਬਾਤ ਕੀਤੀ ਔਰ ਉਸ ਤੋਂ ਬਾਅਦ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਜੀਵਨ ਬਾਰੇ ਸਾਨੂੰ ਜਿਹੜੀ ਵਡਮੁੱਲੀ ਜਾਣਕਾਰੀ ਸੀ ਉਹਨਾਂ ਦੇ ਜੀਵਨ ਬਾਰੇ ਉਹ ਸਾਨੂੰ ਦਿੱਤੀ ਪੰਥ ਦੇ ਮਹਾਨ ਢਾਡੀ ਕੁਲਜੀਤ ਸਿੰਘ ਜੀ ਦਿਲਬਰ ਨੇ, ਜੋ ਕਿ ਸਾਡੇ ਪੰਥ ਦੇ ਮਹਾਨ ਢਾਡੀ ਦਇਆ ਸਿੰਘ ਦਿਲਬਰ ਜੀ ਦੇ ਸਪੁੱਤਰ ਨੇ। ਅਸੀਂ ਆਪਣੇ ਚੈਨਲ ਦੇ ਜ਼ਰੀਏ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਸੰਗਤਾਂ ਨੂੰ ਗੁਰੂ ਸਾਹਿਬ ਦੇ ਜੀਵਨ ਬਾਰੇ ਵਡਮੁੱਲੀ ਜਾਣਕਾਰੀ ਜਿਹੜੀ ਆ ਉਹ ਦਿੰਦੇ ਰਹੀਏ, ਉਹਨਾਂ ਤੱਕ ਇਹ ਗੁਰੂ ਸਾਹਿਬ ਦੇ ਜਿਹੜੇ ਵਿਚਾਰ ਨੇ ਉਹ ਪਹੁੰਚਾਉਂਦੇ ਰਹੀਏ। ਸੋ ਇੱਕ ਇਹ ਨਿਮਾਣੀ ਜੀ ਕੋਸ਼ਿਸ਼ ਸੀ। ਇਹ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਔਰ ਤੁਸੀਂ ਹੋਰ ਕਿਸ ਤਰ੍ਹਾਂ ਦੇ ਜਿਹੜੇ ਸ਼ੋਜ਼ ਆ ਉਹ ਤੁਸੀਂ ਦੇਖਣਾ ਚਾਹੁੰਦੇ ਹੋ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਨੂੰ ਇਹ ਸ਼ੋਅ ਕਿੱਦਾਂ ਦਾ ਲੱਗਾ ਸਾਨੂੰ ਜ਼ਰੂਰ ਦੱਸਣਾ। ਸੋ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਡੇ ਈਮੇਲ ਦੇ ਰਾਹੀਂ ਜਾਂ ਫ਼ੋਨ ਨੰਬਰ ਦੇ ਰਾਹੀਂ। ਔਰ ਇਸ ਤੋਂ ਇਲਾਵਾ ਤੁਸੀਂ ਸਾਡਾ ਫੇਸਬੁੱਕ ਪੇਜ ਜਾਂ ਟਵਿੱਟਰ ਪੇਜ ਵੀ ਫੋਲੋ ਕਰ ਸਕਦੇ ਹੋ। ਨਾਲ ਦੀ ਨਾਲ ਸਾਡਾ YouTube ਚੈਨਲ ਵੀ ਸਬਸਕ੍ਰਾਈਬ ਕਰ ਸਕਦੇ ਹੋ। ਸੋ ਮਿਲਦੇ ਹਾਂ ਇੱਕ ਫਿਰ ਨਵੇਂ ਸ਼ੋਅ ਦੇ ਵਿੱਚ ਇੱਕ ਨਵੇਂ ਗੱਲਬਾਤ ਦੇ ਮੁੱਦੇ ਦੇ ਨਾਲ। ਤਦ ਤੱਕ ਲਈ ਧੰਨਵਾਦ।